मेरी बदकिस्मती है कि मैं रज़िया सुल्ताना का भाई हूँ। अरशद डाली का और कैप्टन अमरिंदर सिंह का बहुत गहरा रिश्ता है। अगर मैं बता दूंगा ना तो फुलझड़ियाँ चलेंगी। कैप्टन अमरिंदर सिंह के मीडिएटर मेरे पास आ जाएंगे। आप भी समझते हैं क्या रिश्ता है। उन्होंने उसके जहन में भर रखा था यहाँ तो बम आ गए, टिफिन बम आ गए। मेरी एसएसपी ने मुझे बताया। इस तरह के किहड़े रिश्ते ने तुहाडे? देखो जी, ये मास्टर ऑफ झूठ है। दहशतगर्दी वालियां ਜਿਹੜੀਆਂ ਅਫਵਾਹਾਂ ਨੇ ਜਾਂ ਕੈਪਟਨ ਅਮਰਿੰਦਰ ਸਿੰਘ ਦੇ ਕੰਨ ਨੇ ਜਿਹੜੇ ਉਹ ਅਰਸ਼ਦ ਡਾਲੀ ਭਰਦਾ। मैं स्ट्रेटजिक एडवाइजर हूँ सिद्धू का। स्ट्रैटेजिस्ट टाइम नहीं बनाया वो मिस्टर सिद्धू ने। स्ट्रैटेजियाँ खेलता है पर नेगेटिव खेलता है। ਤੁਹਾਨੂੰ ਵੀ ਡਰ ਲੱਗਦਾ ਹੈ ਜੇ ਬੋਲਣ ਲੱਗੇ ਆ? किहदे डर केड़ा डर ਅਜੇ ਵੀ ਡਰ ਲੱਗਦਾ? केड़ा डर ਕਿਸੇ ਤੋਂ? डर वाले दिन तो मैं पैदा ही नहीं होया। 25 साल उम्र ਇਹਦੀ नौकरी नहीं सी जब मैं झंडा चक्या सी ਇਹਦੇ खिलाफ। देश के लिए लड़ा हूँ, अकेला हूँ पूरे पंजाब काडर में। ये जो डीजी बन रहे हैं ना कैप्टन अमरिंदर की मेहरबानी से, ये होशियारपुर से आगे नहीं गए। मैं हर ज़िले में गया हूँ जो बॉर्डर है पाकिस्तान का। 35 ਸਾਲ ਦੀ ਇਹਦੀ ਨੌਕਰੀ ਹੈ ਤੇ ਉਹਦੇ ਵਿੱਚੋਂ ਮੇਰੇ ਖਿਆਲ ਦੇ ਵਿੱਚ 28-29 ਸਾਲ ਤੱਕ ਖੁੱਡੇ ਲੈਣੀ ਰਿਹਾ ਬੰਦਾ ਹੈਗਾ ਨਾ। 34 ਸੈਕਟਰ 'ਚ ਹਸਪਤਾਲ ਹੈ ਇੱਕ, ਉਹਦੇ ਉੱਪਰ ਇੱਕ ਹਸਪਤਾਲ ਦੇ ਉੱਪਰ ਹਿਊਮਨ ਰਾਈਟ ਕਮਿਸ਼ਨ ਦਾ ਦਫ਼ਤਰ ਹੈ, ਉੱਥੇ ਬੈਠਾ ਰਿਹਾ ਕਈ ਸਾਲ, ਤੁਹਾਨੂੰ ਪਤਾ ਹੋਊਗਾ। ਕਿਸ ਪੁਆਇੰਟ ਤੇ ਆ ਕੇ ਜਿਹੜੀ ਮਤਭੇਦ ਜਿਹੜੇ ਪਰਿਵਾਰ ਦੇ ਵਿੱਚ ਪੈਦਾ ਹੋਏ? ਮੇਰਾ ਇਸ ਬੰਦੇ ਨਾਲ ਰੌਲਾ ਇਸ ਗੱਲ ਦਾ ਕਿ ਜਿਵੇਂ ਇਹ ਲੋਕਾਂ ਨੂੰ ਟਰੀਟ ਕਰਦਾ ਹੈ, ਦੈਟ ਇਜ਼ ਨਾਟ ਦ ਵੇ ਟੂ ਟਰੀਟ। डाली ने और शमा फराजी ने उस कत्ल के 1.5 साल बाद उसको गिरफ्तार कराया। मैंने उसकी जंग लड़ी। ਤੇ ਫਿਰ ਪਰਚਾ 1.5 ਸਾਲ ਦੇ ਨੇ ਉੱਪਰ ਉਹਦੇ ਕਿਉਂ ਰੱਖਿਆ? ਕਿੰਨੇ ਇਹੋ ਜਿਹੇ ਬੰਦੇ ਨੇ ਜਿਨ੍ਹਾਂ ਦੇ ਪਰਚੇ ਨੇ ਨਾਲ ਰੱਖੇ ਨੇ, ਸੋਲਵ ਨਹੀਂ ਕੀਤੇ। ਪਰਚਾ ਕਰਾ ਕੇ ਬੰਦੇ ਨੂੰ ਬੰਨ੍ਹ ਕੇ ਰੱਖਣ ਦੀ ਆਦਤ ਇਸ ਬੰਦੇ ਦੀ ਹੈ। मैं ऑन टीवी कह रहा हूँ, 56 गाँव में एक भी गाँव में अगर मैं हार गया शासन से इस्तीफा दिलवाऊंगा। ਔਨ ਰਿਕਾਰਡ ਕਹਿ ਰਹੇ ऑन रिकॉर्ड कह रहा हूँ ये। आप 10 मार्च को मेरे पास आ जाना। ਕਈਆਂ ਦੀ ਮੈਂ ਇੰਟਰਵਿਊ ਸੁਣਦਾ ਰਹਿੰਦਾ, ਉਹ ਵੀ ਚੈਲੰਜ ਕਰਦੇ ਨੇ, ਕਹਿੰਦੇ ਚੌਥੇ ਨੰਬਰ ਤੇ ਆਊਗਾ। चूँकि उनके गर्दन पे अंगूठा रखा था राहुल गांधी का कि मलेरकोटले को ज़िला बनाना है, मलेरकोटले में मेडिकल कॉलेज बनाना है। पहले वो गुस्ताखी कर चुके थे। पहले वो बाहर की ताकतों के दबाव में आके मेरा हक मार चुके थे। लेकिन हर बार तो आप राहुल गांधी को इग्नोर नहीं कर सकते ना। ਤੇ ਗੱਲ 'ਚ ਅੰਗੂਠਾ ਦੇ ਕੇ ਤੁਸੀਂ ਕਰਾਉਂਦੇ ਸੀ, ਫਿਰ ਗੱਲ 'ਚ ਅੰਗੂਠਾ ਦੇ ਕੇ ਡੀਜੀਪੀ ਵੀ ਲੱਗ ਜਾਂਦੇ। ਇਹਨੂੰ ਮੇਰੇ ਨਾਲ ਜਾਤੀ ਰੰਜਿਸ਼ ਹੈ। ਜਾਂ ਤਾਂ ਮੈਂ ਦੂਜੇ ਆਪਣੇ ਭਾਈਆਂ ਵਰਗਾ ਹੋ ਜਾਂਦਾ, ਹਾਂਜੀ, ਜਾਂ ਜਿਵੇਂ ਦੂਜਿਆਂ ਮੈਂ ਮੇਰੇ ਅੰਦਰ ਮੈਂ ਕਹਿੰਦਾ ਵੀ ਮੈਂ ਆਪਣੀ ਇਨਸਾਨੀਅਤ ਤੇ ਖੜਨ ਵਾਲਾ ਬੰਦਾ। ਅਫਵਾਹਾਂ ਤਾਂ 2017 ਦੇ ਵਿੱਚ ਤੁਹਾਡੇ ਬਾਬਤ ਵੀ ਉੱਡੀਆਂ ਸੀ ਕਿ ਜੀ ਜਾਣਬੁੱਝ ਕੇ ਅਰਸ਼ਦ ਡਾਲੀ ਸਾਹਿਬ ਜਿਹੜੇ ਟਿਕਟ ਲੈ ਕੇ ਆਏ ਨੇ ਆਪਣੀ ਭੈਣ ਨੂੰ ਜਿਤਾਉਣ ਵਾਸਤੇ। ਜਿਹੜੇ ਮੁਹੰਮਦ ਮੁਸਤਫਾ ਔਰ ਤੁਹਾਡੇ ਸਿਸਟਰ ਨੇ ਜਿਹੜੇ ਕੈਬਨਿਟ ਮੰਤਰੀ ਰਜ਼ੀਆ ਸੁਲਤਾਨਾ, ਰਿਸ਼ਤਾ ਕਿਵੇਂ ਹੋਇਆ ਸੀ? ਸਾਜਦਾ ਬੇਗਮ ਕੋਲੇ ਤੇ ਉਹਨਾਂ ਨੇ ਰਿਸ਼ਤਾ ਕਰਾਇਆ, ਇਹੋ ਜਿਹਾ ਕੁਝ ਨਹੀਂ ਹੋਇਆ। ਜੀ ਕਹਿੰਦੇ ਤਾਂ ਇਹ ਸੀ ਕਿ ਜਿਹੜੇ ਤੁਹਾਡੇ ਮਰਹੂਮ ਮਾਤਾ ਜੀ ਸੀ ਉਹ ਸਾਜਦਾ ਬੇਗਮ ਉਹਨਾਂ ਕੋਲ ਮੁਲਾਜ਼ਮਤ ਕਰਦੇ ਸੀ। ਆਖਰੀ ਮੁਲਾਕਾਤ ਦੇ ਕੁਝ ਲਮਹੇ ਯਾਦ ਨੇ, ਕੀ ਹੋਇਆ ਸੀ? ਲੰਮੇ ਜਿਹੜੇ ਲੰਮੇ ਯਾਦ ਕਰਾਂ ਮੈਂ ਇਸ ਬੰਦੇ ਦੇ। ਭੈਣ ਨਾਲ ਕਿਵੇਂ? ਭੈਣ ਨਾਲ ਵੀ ਹੁਣ ਭੈਣ ਨੇ ਤਾਂ ਦੇਖੋ ਜੀ, ਮੇਰੇ ਨਾਲ ਭੈਣ ਦਾ ਵੀ ਕੁਝ ਲੈਣ ਦੇਣ ਨਹੀਂ। ਤੁਸੀਂ ਆਪਣੇ ਅੱਖਾਂ ਸਾਹਮਣੇ ਕੁਝ ਇਸ ਤਰ੍ਹਾਂ ਦਾ ਦੇਖਿਆ ਕਦੇ? ਮੇਰੇ ਕੋਲ ਤਾਂ ਜੀ ਬੜੀਆਂ ਅੱਖਾਂ ਨੇ, ਬਹੁਤ ਕੁਝ ਦੇਖਿਆ। ਮੇਰੇ ਤੋਂ ਨਾ ਹੀ ਕੁਝ ਬੁਲਵਾਓ। ਸਲਾਮ, ਨਮਸਤੇ, ਸਤਿ ਸ਼੍ਰੀ ਅਕਾਲ। ਹਕੀਕਤ ਟੀਵੀ ਪੰਜਾਬੀ ਦੇਖ ਰਹੇ ਸਾਡੇ ਸਾਰੇ ਦਰਸ਼ਕਾਂ ਦਾ ਸਵਾਗਤ। ਮੈਂ ਹਾਂ ਕਾਸਿਫ ਫਾਰੂਕੀ। ਬੀਤੇ ਦਿਨੀ ਅਸੀਂ ਹਲਕਾ ਮਲੇਰਕੋਟਲਾ ਤੋਂ ਇਸ ਵੇਲੇ ਸਰਗਰਮ ਮੁਹੰਮਦ ਮੁਸਤਫਾ ਦੀ ਜਿਹੜੀ ਇੱਕ ਵੀਡੀਓ ਹੈ, ਇੱਕ ਇੰਟਰਵਿਊ ਹੈ, ਜਿਹੜੀ ਗੱਲਬਾਤ ਹੈ ਉਹ ਤੁਹਾਨੂੰ ਦਿਖਾਈ ਸੀ, ਜਿਹੜੀ ਕਿ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਵਾਇਰਲ ਹੋਈ ਹੈ। ਉਹਨਾਂ ਦੀ ਉਹ ਗੱਲਬਾਤ ਜਿਸ ਦੇ ਵਿੱਚ ਉਹ ਆਪਣੇ ਸਾਲੇ ਮੁਹੰਮਦ ਅਰਸ਼ਦ ਡਾਲੀ ਦੇ ਉੱਤੇ ਬੜੇ ਗੰਭੀਰ ਇਲਜ਼ਾਮ ਨੇ ਜਿਹੜੇ ਉਹ ਲਗਾਉਂਦੇ ਨੇ। ਉਹਨਾਂ ਇਲਜ਼ਾਮਾਂ ਤੋਂ ਬਾਅਦ ਅੱਜ ਜਿਹੜੇ ਅਰਸ਼ਦ ਡਾਲੀ ਸ਼ਹਿਰ ਮਲੇਰਕੋਟਲਾ ਆਏ ਹੋਏ ਨੇ, ਚੰਡੀਗੜ੍ਹ ਤੋਂ ਖਾਸ ਕਰਕੇ ਉਹ ਆਏ ਨੇ, ਤੁਹਾਡੇ ਨਾਲ ਮਨ ਦੀਆਂ ਗੱਲਾਂ ਉਹ ਕਰਨੀਆਂ ਚਾਹੁੰਦੇ ਨੇ। ਉਹਨਾਂ ਦਾ ਪਹਿਲਾਂ ਸਵਾਗਤ ਕਰ ਲੈਂਦੇ ਹਾਂ ਹਕੀਕਤ ਟੀਵੀ ਪੰਜਾਬੀ ਦੇ ਉੱਤੇ। ਡਾਲੀ ਸਾਹਿਬ, ਬਹੁਤ ਬਹੁਤ ਸਵਾਗਤ ਹੈ ਹਕੀਕਤ ਟੀਵੀ ਪੰਜਾਬੀ ਦੇ ਉੱਤੇ। ਥੈਂਕ ਯੂ ਜੀ, ਬਹੁਤ ਬਹੁਤ ਸ਼ੁਕਰੀਆ। ਡਾਲੀ ਸਾਹਿਬ, ਮੇਰਾ ਪਹਿਲਾ ਸਵਾਲ ਇਹ ਹੋਇਆ ਕਿ 2017 ਦੇ ਇਲੈਕਸ਼ਨਾਂ ਹੋਈਆਂ ਤੇ ਉਸ ਤੋਂ ਬਾਅਦ ਤੁਸੀਂ ਯਕਦਮ ਸਾਰੇ ਸੀਨ 'ਚੋਂ ਹੀ ਆਊਟ ਹੋ ਗਏ। ਦੇਖੋ ਜੀ, ਸਿਆਸਤ ਮੇਰਾ ਧੰਦਾ ਨਹੀਂ ਹੈ ਤੇ 2017 ਦੇ ਵਿੱਚ ਕੁਝ ਸੱਜਣਾ ਦੀ ਡਿਮਾਂਡ ਸੀ ਤੇ ਇਸੇ ਕਰਕੇ ਸ਼ਹਿਰ ਦੇ ਵਾਸਤੇ ਕੁਝ ਮੈਂ ਬਾਹਰ ਅੰਦਰ ਘੁੰਮਿਆ, ਅਮਰੀਕਾ, ਬਲੈਤ, ਸਾਰੀ ਜਗ੍ਹਾ ਘੁੰਮਿਆ। ਕੁਝ ਸ਼ਹਿਰ ਬਾਰੇ ਚੰਗੀ ਸੋਚ ਰੱਖਦਾ ਸੀ, ਇਸ ਲਈ 2017 ਦਾ ਜਿਹੜਾ ਹੈਗਾ ਵੀ ਮੇਰੇ ਮਾਈਂਡ ਸੀਗਾ ਵੀ ਚਲੋ 2017 ਲੜਦੇ ਹਾਂ। ਰਾਦਰ ਮੈਂ ਤਾਂ कैंडिडेट ਸੀਗਾ ਅਮਰਗੜ੍ਹ ਤੋਂ। ਮਲੇਰਕੋਟਲਾ ਤੋਂ ਮੈਂ ਕੀਨ ਨਹੀਂ ਥਾ ਕਿ ਮੈਂ ਮਲੇਰਕੋਟਲਾ ਲੜਾਂ।
ਤੇ ਕੁਝ ਮਜਬੂਰੀਆਂ ਹੋਈ ਜਾਂ ਕੁਝ ਮੁਖਾਲਫਤਾਂ ਨੇ ਉੱਧਰੋਂ ਕਹਿ ਕਹਾ ਕੇ ਉੱਥੋਂ ਟਿਕਟ ਕਟਾ ਦਿੱਤੀ। ਗੁਰਪ੍ਰੀਤ ਘੁੱਗੀ ਮੇਰੇ ਭਰਾ ਨੇ, ਜਿਵੇਂ ਕਹਿੰਦੇ ਪੰਜਾਬੀ ਵਿੱਚ ਪੱਗ ਵੱਟ ਵੀਰ ਜਿਹਨੂੰ ਆਪਾਂ ਕਹਿ ਲਈਏ, ਇਜ਼ ਲਾਈਕ ਏ ਫੈਮਿਲੀ ਟੂ ਮੀ। ਉਹਨਾਂ ਨੇ ਫਿਰ ਇਸ਼ੂ ਬਣਾ ਲਿਆ ਵੀ ਠੀਕ ਹੈ, ਜੇ ਮੈਂ ਪ੍ਰਧਾਨ ਆ, ਮੈਂ ਇੱਕ ਟਿਕਟ ਵੀ ਨਹੀਂ ਰੱਖਦਾ, ਇੱਕ ਦੀ ਵੈਲਿਊ ਵੀ ਨਹੀਂ ਰੱਖਦਾ ਇੱਕ ਟਿਕਟ ਦਿਲਾਉਣ ਦੀ, ਤਾਂ ਕੀ ਫਾਇਦਾ ਵੀ ਬੰਦਾ ਕੈਂਡੀਡੇਟ ਹੈ। ਤੇ ਉਸ ਤੋਂ ਬਾਅਦ ਫਿਰ ਉਹਨਾਂ ਨੇ ਕੁਛ ਇੱਥੇ ਵੀ ਮਲੇਰਕੋਟਲਾ ਦੇ ਕੁਛ ਮੋਹਤਵਰ ਬੰਦਿਆਂ ਨੇ ਕਿਹਾ ਕਿ ਤੁਸੀਂ ਇੱਧਰ ਆਓ, ਤੇ ਫਿਰ ਘੁੱਗੀ ਜੀ ਨੇ ਜ਼ਿਆਦਾ ਸਟੈਂਡ ਬਣਾ ਲਿਆ ਤੇ ਵੀ ਨਹੀਂ ਤੁਸੀਂ ਲੜਨੀ ਜ਼ਰੂਰ ਹੈ। ਮੈਂ ਕਿਹਾ ਚਲੋ ਲੜ ਉਹ ਵੀ ਅੜ ਗਏ ਸੀ, ਕਹਿੰਦੇ ਸੀ ਵੀ ਬਟਾਲੇ ਤੋਂ ਮੈਂ ਵੀ ਟਿਕਟ ਨਹੀਂ ਲੈਣੀ ਜੇ ਤੁਸੀਂ ਅਰਸ਼ਦ ਡਾਲੇ ਨੂੰ ਨਹੀਂ ਦਿੰਦੇ। ਨੈਚੁਰਲੀ ਉਹਨਾਂ ਦਾ ਸਟੈਂਡ ਸੀਗਾ, ਬਿਕੋਜ਼ ਉਹ ਚੰਗੇ ਦੋਸਤ ਨੇ। ਮੈਂ ਤਾਂ ਕਿਹਾ ਸੀ ਵੀ ਬਟਾਲਾ ਦੇ ਵਿੱਚ ਹੀ ਲੜਦੇ ਹਾਂ, ਵੀ ਕਿੱਥੇ ਤੁਸੀਂ ਆਪਾਂ ਬਟਾਲੇ ਵਿੱਚ ਹੀ ਲੜਾਂਗੇ, ਜ਼ਿਆਦਾ ਬੈਟਰ ਹੈ। ਕਿਉਂਕਿ ਮੈਂ 2017 ਵਿੱਚ ਮੈਂ ਮਲੇਰਕੋਟਲਾ ਲੜਨਾ ਨਹੀਂ ਚਾਹੁੰਦਾ ਸੀ, ਕਿਉਂਕਿ 2002 ਵਿੱਚ ਮੈਂ ਲੜਿਆ ਸੀ। ਮੇਰੀ ਬਦਕਿਸਮਤੀ ਹੈ ਕਿ ਮੈਂ ਰਜ਼ੀਆ ਸੁਲਤਾਨਾ ਦਾ ਭਾਈ ਹਾਂ। ਮੇਰੇ ਬਾਰੇ ਹਮੇਸ਼ਾ ਅਫਵਾਹ, ਜਿਹੜਾ ਤੁਹਾਡਾ ਡੀਜੀਪੀ ਜਿਹਨੂੰ ਤੁਸੀਂ ਕਹਿੰਦੇ ਹੋ, ਰੈਂਕ ਦਾ ਡੀਜੀਪੀ ਹੈ, ਕਦੇ ਮੇਨ ਡੀਜੀਪੀ ਤਾਂ ਲੱਗਿਆ ਨਹੀਂ। ਇਹ ਰੈਂਕ ਵਾਲੇ ਡੀਜੀਪੀ ਨੇ ਅਫਵਾਹ ਡਾਤੀ, ਅਰੇ ਹਮਨੇ ਟਿਕਟ ਦਿलाई है, हमने टिकट दिलाई है। फिर ਹੁਣ ਮੈਂ ਤਾਂ ਕਹਿ ਨਹੀਂ ਸਕਦਾ, ਮਲੇਰਕੋਟਲੇ ਦੇ ਲੋਕਾਂ ਨੂੰ ਲੱਗਿਆ ਕਿ ਇਹ ਡੀਜੀਪੀ ਹੈ ਜਾਂ ਕੋਈ ਅਫਸਰ ਕਹਿ ਰਿਹਾ, ਇਹ ਤਾਂ ਸਿੰਪਲ ਸਾਲ ਹੈ, ਸ਼ਾਇਦ ਦਿਲਾਈ ਹੋਵੇ। ਸਾਡੇ ਲੋਕਾਂ ਨੇ ਨਹੀਂ ਸੋਚਿਆ ਕਿ ਆਪਣੀ ਜ਼ਰੂਰਤ ਨਾਲ ਮੈਂ ਲੈ ਕੇ ਆਇਆ ਟਿਕਟ। 2002 ਦੇ ਵਿੱਚ ਉਹ ਮੈਂ ਕਾਉਂਸਲਰ ਵੀ ਸੀਗਾ, MC ਵੀ ਸੀਗਾ, ਤੇ ਉਸ ਟਾਈਮ ਤੇ MC ਗਰੁੱਪ ਵੀ ਸੀ ਮੇਰਾ। ਉਹਨਾਂ ਨੂੰ ਇਹ ਵੀ ਜਚਾਉਣ ਲੱਗ ਗਿਆ ਕਿ ਮੈਨੇ ਟਿਕਟ ਦਿਲਾਈ ਹੈ 2002 ਵਾਲੀ। 2017 ਤੋਂ ਮੈਂ 2002 ਚਲਾ ਗਿਆ, ਤੁਹਾਡੇ ਸਵਾਲ ਤੋਂ ਬੈਕ ਚਲਾ ਗਿਆ। ਉਸ ਵਕਤ ਮੈਨੂੰ ਇਹਨਾਂ ਦੀ ਡੀਜੀਪੀ ਦੀ ਜਿਹੜੀ ਸੋਚ ਦਾ ਮੈਨੂੰ ਪਤਾ ਸੀ। ਮੈਨੂੰ ਵੀ ਪੂਰੇ ਪੰਜਾਬ ਦੇ ਪੁਲਿਸ ਅਫਸਰਾਂ ਨੂੰ ਪਤਾ ਸੀ, ਪੋਲੀਟੀਸ਼ੀਅਨਸ ਨੂੰ ਪਤਾ ਸੀ ਵੀ ਇਹ ਕਿਹੜੀ ਸੋਚ ਦਾ ਮਾਲਕ ਹੈ। ਸੋ ਸ਼ਹਿਰ ਨੂੰ ਨਹੀਂ ਪਤਾ ਥਾ। ਮੈਨੂੰ ਇਹ ਸੀ ਵੀ ਇਹ ਸ਼ਹਿਰ ਜਿੱਥੇ ਮੈਂ ਜੰਮਿਆ ਪਲਿਆ, ਮੇਰੇ ਮੁਹੱਲੇ ਜਾਂ ਗਲੀਆਂ ਮੁਹੱਲੇ, ਤੇ ਮੈਂ ਕਿਹਾ ਸ਼ਹਿਰ ਨੂੰ ਇਸ ਸੋਚ ਤੋਂ ਬਚਾਇਆ ਜਾਵੇ। ਮੈਂ ਲੜਾਂ ਇਲੈਕਸ਼ਨ, ਬਚਾਇਆ ਜਾਵੇ। ਜਿਹੜੀ ਸੋਚ ਹੈ, ਇਹਦੀ ਸੋਚ ਚੰਗੀ ਨਹੀਂ ਹੈ। ਜਿਹੜੀ ਸੋਚ ਜਿਹਦੀ ਮੈਨੂੰ ਪਤਾ ਸੀ ਉਹ ਹੁਣ 2022 ਦੇ ਵਿੱਚ ਸਾਹਮਣੇ ਆ ਗਈ। ਰਿਟਾਇਰਮੈਂਟ ਹੋਣ ਤੋਂ ਬਾਅਦ ਆ ਗਈ। ਪਹਿਲਾਂ ਤਾਂ ਚਲੋ ਸਰਵਿਸ ਸੀ, ਬੈਕ ਡ੍ਰੌਪ ਕਾਰਟਨ ਕਰਦਾ ਸੀ, ਕਿਵੇਂ ਕਰਦਾ ਸੀ ਨਹੀਂ ਪਤਾ ਚੱਲਦਾ ਸੀ। ਹੁਣ ਇਹ ਓਪਨ ਹੋ ਗਈ, ਮੈਨੂੰ ਪਹਿਲਾਂ ਹੀ ਓਪਨ ਸੀ 20-25 ਸਾਲ ਪਹਿਲਾਂ। ਅੱਛਾ, ਬਈ ਕੁਝ ਸਵਾਲ ਨੇ ਜਿਹੜੇ ਇਸ ਵੇਲੇ ਸ਼ਹਿਰ ਦੇ ਵਿੱਚ ਜਿਨ੍ਹਾਂ ਦਾ ਜਵਾਬ ਮੈਨੂੰ ਲੱਗਦਾ ਹੈ ਕਿ ਅਜੇ ਤੱਕ ਨਹੀਂ ਤੁਹਾਡੇ ਪਰਿਵਾਰ ਵੱਲੋਂ ਦਿੱਤਾ ਗਿਆ। ਅੱਛਾ, ਇਹ ਦੱਸੋ ਕਿ ਜਿਹੜੇ ਮੁਹੰਮਦ ਮੁਸਤਫਾ ਔਰ ਤੁਹਾਡੇ ਸਿਸਟਰ ਨੇ ਜਿਹੜੇ ਕੈਬਨਿਟ ਮੰਤਰੀ ਰਜ਼ੀਆ ਸੁਲਤਾਨਾ, ਰਿਸ਼ਤਾ ਕਿਵੇਂ ਹੋਇਆ ਸੀ? ਇਹਦੇ ਵਿੱਚ ਜੀ ਰਿਸ਼ਤਾ ਹੋਇਆ ਸੀ, ਇਹਨਾਂ ਨੇ ਇੱਥੇ ਮੇਰੇ ਮੁਹੱਲੇ ਚਲੇ ਜਾਓ, ਇੱਥੇ ਤਕੀਆ ਇੱਕ ਸੁਣਿਆ ਤੁਸੀਂ ਖਟੀਕਾਂ ਤਕੀਆ ਵਿੱਚ ਮਿਸਟਰ ਬਾਰੂ ਰਹਿੰਦੇ ਸੀਗੇ, ਮਰਹੂਮ ਬਾਰੂ। ਹੁਣ ਉਹਨਾਂ ਦੀ ਡੈਥ ਹੋ ਗਈ ਹੈ। ਉਹ ਇਹਨਾਂ ਦੇ ਵਾਲਿਦ ਸਾਹਿਬ ਦੇ ਦੋਸਤ ਸੀਗੇ, ਬਾਇਆ ਸਮਨ। ਅੱਗੇ ਉਹਨਾਂ ਦਾ ਵੀ ਕੋਈ ਦੋਸਤ ਸੀਗਾ, ਕਾਮਨ ਫਰੈਂਡ ਸੀ, ਅੱਗੇ ਇਹਨਾਂ ਦਾ ਦੋਸਤ ਸੀਗੇ ਜੀ। ਉਹਨਾਂ ਦੀ ਡੈਥ ਹੋ ਗਈ। ਇਹ ਬਾਰੂ ਸਾਹਿਬ ਦੀ ਦੇਣ ਹੈ। ਉਹਨਾਂ ਦਾ ਮੁੰਡਾ ਕਾਲਾ ਦਾਰਾ ਜੀ ਦੀ ਕੋਠੀ ਦੇ ਨਾਲ ਪਕੌੜੇ ਤਲ, ਉਹ ਜਿਉਂਦਾ ਬੈਠਾ, ਤੁਸੀਂ ਮੇਰੇ ਤੋਂ ਬਾਅਦ ਨੂੰ ਪੁੱਛ ਲਿਓ। ਕੋਈ ਕਹਿੰਦਾ ਸਾਜਦਾ ਬੇਗਮ ਨੇ ਵਿਆਹ ਕਰਾਇਆ, ਕੋਈ ਕਸਮਾਂ ਖਾਈ ਜਾ ਰਿਹਾ ਝੂਠੀਆਂ। ਮੈਂ ਹੈਰਾਨ ਆ ਕਿ ਝੂਠ ਲੋਕ, ਮੈਂ ਬੜੀਆਂ ਉਮਰ ਵਾਲੇ ਬੰਦੇ ਝੂਠ ਬੋਲਦੇ ਨੇ। ਉਹ ਦਾਰਾ ਜੀ ਦੀ ਮੈਂ ਇੱਕ ਇੰਟਰਵਿਊ ਦੇਖੀ, ਦਾਰਾ ਜੀ ਕਹਿੰਦੇ ਅੱਜ ਤੋਂ ਪਹਿਲਾਂ ਕਸਮ ਖਾਧੀ ਵੀ ਅੱਜ ਤੋਂ ਮੈਨੂੰ ਯਾਦ ਹੈ 25 ਤੋਂ 30 ਸਾਲ ਪਹਿਲਾਂ ਕਿ ਇੱਕ ਬੰਦਾ ਪਤਲਾ ਜਿਹਾ ਟਰੰਕੀ ਲੈ ਕੇ ਆਇਆ ਸਾਜਦਾ ਬੇਗਮ ਕੋਲੇ ਤੇ ਉਹਨਾਂ ਨੇ ਰਿਸ਼ਤਾ ਕਰਾਇਆ। ਇਹੋ ਜਿਹਾ ਕੁਝ ਨਹੀਂ ਹੋਇਆ। ਨਹੀਂ, ਕਹਿੰਦੇ ਤਾਂ ਇਹ ਸੀ ਕਿ ਜਿਹੜੇ ਤੁਹਾਡੇ ਮਰਹੂਮ ਮਾਤਾ ਜੀ ਸੀ, ਉਹ ਸਾਜਦਾ ਬੇਗਮ ਉਹਨਾਂ ਕੋਲ ਮੁਲਾਜ਼ਮਤ ਕਰਦੇ ਸੀ। ਇਹ ਤਾਂ ਮੁਲਾਜ਼ਮਤ ਦਾ ਮੈਨੂੰ ਤਾਂ ਪਤਾ ਨਹੀਂ ਕੌਣ ਹੈ ਜੀ, ਉਡਾਈ ਜਾਂਦੇ ਨੇ। ਮੇਰੀ ਮਦਰ ਕਿਉਂ ਮੁਲਾਜ਼ਮਤ ਕਰਦੀ ਸੀ? ਕੋਈ ਕਿਸੇ ਮੁਲਾਜ਼ਮ ਨਹੀਂ ਸੀ। ਮੇਰੇ ਫਾਦਰ ਦੀ ਹਿਸਟਰੀ ਤੁਹਾਨੂੰ ਮਲੇਰਕੋਟਲੇ 'ਚ ਹਜੇ ਸ਼ਾਇਦ ਨਹੀਂ ਪਤਾ, ਮੈਂ ਪਹਿਲਾਂ ਦੱਸਣਾ ਚਾਹੁੰਦਾ ਯਾਰ। ਸਾਨੂੰ ਤਾਂ ਲੋੜ ਹੀ ਨਹੀਂ ਪਈ, ਅਸੀਂ ਵੈਲ ਆਫ ਸੀ। ਭਾਈ ਮੇਰਾ ਬਾਹਰ ਸੀ ਔਰ ਫਾਦਰ ਮੇਰੇ ਫਾਦਰ, ਮੈਨੂੰ ਬੜਾ ਮਾਣ ਹੈ ਕਿ ਮੈਂ ਇੱਕ ਐਸੇ ਸ਼ਖਸੀਅਤ ਦਾ ਮੁੰਡਾ, ਪੰਜਾਬ ਦਾ ਉਹ ਮੁਸਲਮਾਨ ਜਿਹੜਾ ਮਲੇਰਕੋਟਲੇ ਤੋਂ ਫੌਜ ਦੇ ਵਿੱਚ ਰਿਹਾ, ਮੇਰੇ ਫਾਦਰ, ਜਿਸ ਨੂੰ
ਪ੍ਰੈਜ਼ੀਡੈਂਟ ਬੀਬੀ ਗਿਰੀ ਨੇ ਰਾਸ਼ਟਰਪਤੀ ਹਾਊਸ ਦੇ ਵਿੱਚ ਬੁਲਾ ਕੇ ਸੂਬੇਦਾਰ ਤੋਂ ਮੇਜਰ ਬਣਾਇਆ। ਇਹਨਾਂ ਨੇ ਕਦੇ ਸ਼ਕਲ ਦੇਖੀ ਹੈ ਜਿਹੜੇ ਬੋਲਦੇ ਨੇ ਰਾਸ਼ਟਰਪਤੀ ਹਾਊਸ ਕਿੱਥੇ ਹੈ? ਨਹੀਂ ਦੇਖੀ ਨਾ। ਆ ਮੈਂ ਦਿਖਾਉਣਾ, ਆ ਦੇਖ ਲਓ, ਮੇਰੇ ਕੋਲ ਸਾਰੀ ਲੇਜਰ ਨੰਬਰ ਸਭ ਕੁਝ ਪਿਆ ਹੈ। ਇਹ ਮੈਂ ਉੱਥੇ ਵੀ ਦਿਖਾਇਆ ਸੀ, ਆਪਣੇ ਮੇਰੀ ਪਹਿਲਾਂ ਵੀ ਇੰਟਰਵਿਊ ਹੋਈ ਸੀ, ਉੱਥੇ ਵੀ ਦਿਖਾਇਆ ਸੀ। ਆ ਮੇਰੇ ਫਾਦਰ ਦੀ ਬਹੁਤ ਵੱਡੀ ਕੰਟਰੀਬਿਊਸ਼ਨ ਹੈ। ਪਹਿਲੇ ਮੁਸਲਮਾਨ ਪੰਜਾਬ ਦੇ ਜਿਨ੍ਹਾਂ ਨੇ ਰਾਸ਼ਟਰਪਤੀ ਨੇ ਬੁਲਾ ਕੇ ਜਿਨ੍ਹਾਂ ਨੂੰ ਸੂਬੇਦਾਰ ਤੋਂ ਮੇਜਰ ਬਣਾਇਆ, ਮੈਂ ਇਸ ਫਕਰ ਤੇ ਕਹਿਣਾ ਕਿ ਮੈਂ ਉਸਦੀ ਔਲਾਦ ਹਾਂ। ਕਦੇ ਵੀ ਆਰਮੀ ਆਫਿਸਰ ਵਾਲਾ ਬੰਦਾ ਕਿਸੇ ਲੀਡਰਾਂ ਸ਼ੀਡਰਾਂ ਦੇ ਕੇ ਆਪਣੀ ਵਾਈਫ ਨੂੰ ਮੁਲਾਜ਼ਮ ਨਹੀਂ ਕਰਦਾ। ਬੜੇ ਡਿਸਪਲਿਨ ਲੋਕ ਹੁੰਦੇ ਨੇ। ਇਹ ਅਫਵਾਹਾਂ ਦਾ ਸ਼ਹਿਰ ਹੈ। ਜਿਹੜੇ ਮੁਲਾਜ਼ਮਤ ਕਰਦੇ ਨਾ, ਗੱਲਾਂ ਕਰਦੇ ਨੇ। ਅਫਵਾਹਾਂ ਤਾਂ ਤੁਹਾਡੇ ਬਾਰੇ ਵੀ ਉੱਡੀਆਂ ਸੀ। ਹਾਂਜੀ, ਅਫਵਾਹਾਂ ਤਾਂ 2017 ਦੇ ਵਿੱਚ ਤੁਹਾਡੇ ਬਾਬਤ ਵੀ ਉੱਡੀਆਂ ਸੀ ਕਿ ਜੀ ਜਾਣਬੁੱਝ ਕੇ ਅਰਸ਼ਦ ਅਲੀ ਸਾਹਿਬ ਜਿਹੜੇ ਟਿਕਟ ਲੈ ਕੇ ਆਏ ਨੇ ਆਪਣੀ ਭੈਣ ਨੂੰ ਜਿਤਾਉਣ ਵਾਸਤੇ। ਦੇਖੋ ਜੀ, ਮੈਂ ਥੋੜੀ ਨੌਲੇਜ 'ਚ ਵਾਧਾ ਕਰਦਾ। ਆਲਮ ਸਾਹਿਬ ਦੀ ਇਲੈਕਸ਼ਨ ਦੇਖੀਏ ਜੀ, ਉਹਦੇ ਵਿੱਚ ਡਾਲੀ ਨੂੰ ਦੇਖਿਆ ਸੀ ਜਲਸੇ ਵਿੱਚ, ਸਰੰਦੀ ਗੇਟ, ਇਹਦੇ ਖਿਲਾਫ ਮੈਂ ਜਲਸੇ ਕੀਤੇ ਨੇ। ਉਹ ਡਾਲੀ ਭੁੱਲ ਗਿਆ, 5 ਸਾਲ 'ਚ ਹੀ ਭੁੱਲ ਗਿਆ। ਇਹ ਕਿਉਂਕਿ ਇਹ ਬੰਦਾ, ਦੇਖੋ ਮੇਰੀ ਬਦਕਿਸਮਤੀ, ਮੈਂ ਪਹਿਲਾਂ ਵੀ ਬੋਲ ਕੇ, ਮੇਰੀ ਬਦਕਿਸਮਤੀ ਇਹ ਹੈ ਕਿ ਮੈਂ ਰਜ਼ੀਆ ਸੁਲਤਾਨਾ ਦਾ ਭਾਈ ਹਾਂ। ਮੈਂ ਕੀ ਕਰਦਾ? ਨਹੀਂ, ਬਦਕਿਸਮਤੀ ਕਿ ਤੁਸੀਂ ਚੂਜ਼ ਤਾਂ ਤੁਸੀਂ ਕੀਤਾ ਸੀ ਨਾ। ਮੈਂ ਚੂਜ਼ ਨਹੀਂ ਕੀਤਾ, ਇਹਦੇ ਵਿਚੋਲੇ ਸੀਗੇ। ਇਹਦੇ ਵਿਚੋਲੇ ਸੀ ਖੁਰਦ ਤੋਂ ਆਤਮਾ ਸਿੰਘ PCS ਰਿਟਾਇਰਡ, ਉਹਨਾਂ ਦਾ ਬੇਟਾ ਟੋਨੀ ਆਤਮਾ ਸਿੰਘ ਹੈਗਾ, ਸੈਕਟਰ 8 'ਚ ਰਹਿੰਦੇ ਨੇ ਉਹ ਵਿਚੋਲੇ ਨੇ। ਇਹ 86-87 'ਚ ਕਿਤੇ ਵਿਆਹ ਹੋਇਆ ਸੀ ਤੇ ਉਹਨਾਂ ਨੇ ਕੀਤਾ ਸੀ, ਵਿਚੋਲੇ ਸੀ, ਮਾਂ ਬਾਪ ਨੇ ਕੀਤਾ ਸੀ। ਮੈਂ ਤਾਂ ਮੈਟ੍ਰਿਕ ਦਾ ਸਟੂਡੈਂਟ ਸੀ ਤੇ ਉਸ ਟਾਈਮ ਵਿਆਹ ਹੋਇਆ ਸੀਗਾ। ਤੇ ਜਿਵੇਂ ਅਸੀਂ ਰੰਗ ਦੇਖੀ ਗਏ, ਪਰ ਗਲਤ ਸੀ। ਸ਼ਹਿਰ ਦੀ ਡਿਵੈਲਪਮੈਂਟ ਦੀ ਗੱਲ ਮੇਰੇ ਮਾਈਂਡ ਸੀ ਵੀ ਸ਼ਹਿਰ ਦਾ ਕੀ ਬਣੂ, ਸ਼ਹਿਰ 'ਚ ਡਿਵੈਲਪ ਕਿਵੇਂ ਹੋਊਗਾ, ਕੀ ਬਣੂ, ਇੱਥੇ ਦਾ ਇਨਫਰਾਸਟ੍ਰਕਚਰ ਕਿਵੇਂ ਹੋਊਗਾ। ਇਹ ਬੰਦੇ ਦੀ ਸੋਚ ਤਾਂ ਸਿਰਫ ਪਾਵਰ ਨੂੰ ਹਾਸਲ ਕਰਨਾ ਹੈ, ਸੱਤਾ ਨੂੰ ਹਾਸਲ ਕਰਨਾ ਹੈ, ਪਾਵਰ ਰਿਟੇਨ ਕਰਨੀ। ਅੰਨਾ ਵੀ ਬੰਦਾ ਕੀ ਹੋ ਜਾਏ ਯਾਰ, ਪਾਵਰ ਡੈਸਪਰੇਟ ਹੋ ਕੇ ਕਰੀਏ। ਮੈਂ 2-3 ਇਲੈਕਸ਼ਨ ਲੜੀਆਂ ਨੇ, ਮੈਂ ਹਾਰ ਗਿਆ। ਮੈਨੂੰ ਤਾਂ ਮੇਰੇ ਤਾਂ ਕੋਈ ਅਸਰ ਨਹੀਂ ਹੋਇਆ ਕਿ ਮੈਂ ਰੋਣ ਪੈ ਜਾ, ਕੂਕਾ ਮਾਰਾਂ, ਕੋਈ ਲੁੱਟ ਗਿਆ। ਭਾਜੀ ਇਹ ਬਿਜ਼ਨਸ ਵਾਸਤੇ ਸਾਰਾ ਕੁਝ ਹੀ ਇਹ ਬਣਾ ਕੇ ਰੋਣ ਲੱਗ ਜਾਣਾ ਜਾਂ ਕੁਝ ਹੋਰ ਕਰ ਜਾਣਾ, ਇਹ ਕੋਈ ਚੰਗੀ ਗੱਲ ਨਹੀਂ। ਤੁਸੀਂ ਉਦੋਂ ਰੋਵੋ ਜਦੋਂ ਕਿਸੇ ਗਰੀਬ ਆਦਮੀ ਦਾ ਦਿਲ ਦੁਖਿਆ ਹੈ, ਜਦੋਂ ਗਰੀਬ ਆਦਮੀ ਕੋਈ ਹਾਲਾਤ ਕਰਕੇ, ਕਿਸੇ ਬਿਮਾਰੀ ਕਰਕੇ ਮਰਦਾ, ਉਦੋਂ ਰੋਵੋ। ਉਦੋਂ ਤੁਹਾਡੀਆਂ ਅੱਖਾਂ 'ਚ ਹੰਝੂ ਨਹੀਂ ਆਉਂਦੇ। ਹਾਰ ਗਏ ਤਾਂ ਰੋਣ ਲੱਗ ਗਏ। ਮੇਰਾ ਨਹੀਂ ਖਿਆਲ ਕਿ ਇਹ ਕੁਝ ਚੰਗੀਆਂ ਗੱਲਾਂ ਨੇ ਔਰ ਬਹੁਤ ਮਾੜੀ ਗੱਲ। ਕਿਸ ਪੁਆਇੰਟ ਤੇ ਆ ਕੇ ਜਿਹੜੀ ਮਤਭੇਦ ਜਿਹੜੇ ਪਰਿਵਾਰ ਦੇ ਵਿੱਚ ਪੈਦਾ ਹੋਏ, ਕਿਹੜਾ ਪੁਆਇੰਟ ਸੀ ਉਹ? ਇਹ ਬੰਦੇ ਦੀ ਜ਼ੁਬਾਨ ਦੇਖੀ ਤੁਸੀਂ, ਇਹ ਬੰਦੇ ਦੀ ਸੋਚ ਦੇਖੀ ਹੈ ਜਾਂ ਨਹੀਂ ਦੇਖੀ? ਜੇ ਨਹੀਂ ਦੇਖੀ ਬਾਹਰ ਪੁੱਛ ਲਿਓ ਜਾਂ ਇਹਦੇ ਜਲਸੇ ਦੀਆਂ ਕੱਢ ਲਿਓ, ਤੁਹਾਨੂੰ ਪਤਾ ਚੱਲ ਜਾਊਗਾ ਕੀ ਬੋਲ ਰਿਹਾ ਸੀ ਉੱਥੇ। ਜਿਸ ਚੀਜ਼ ਦਾ ਉਹ ਪਰਚਾ ਹੋਇਆ, ਕਸਮ ਵੀ ਖਾਧੀ, ਘਰ ਵੀ ਘੁਸ ਕੇ ਮਾਰੂਗਾ, ਕੀ ਗੱਲਾਂ ਨੇ ਇਹ? ਪੜ੍ਹੇ ਲਿਖੇ ਬੰਦੇ ਦੀਆਂ ਗੱਲਾਂ ਨੇ। ਸੁਣਿਆ ਤੁਸੀਂ? ਨਹੀਂ ਸੁਣਿਆ? ਸੁਣਿਓ। ਇਹ ਗੱਲਾਂ ਨੇ ਮਤਭੇਦ ਇਸ ਕਰਕੇ ਕਿ ਮੈਂ ਇਸ ਕਿਸਮ ਦੀ ਬਦਤਮੀਜ਼ੀ ਜਾਂ ਕੋਈ ਇਸ ਤਰ੍ਹਾਂ ਦੀ ਗੱਲ ਕੋਈ ਵੀ ਇਨਸਾਨ ਕਰੇ, ਮੈਂ ਫੌਜੀ ਖੂਨ ਹਾਂ, ਮੈਂ ਬਰਦਾਸ਼ਤ ਨਹੀਂ ਕਰ ਸਕਦਾ। ਮੈਂ ਜ਼ੁਲਮ ਬਰਦਾਸ਼ਤ ਨਹੀਂ ਕਰ ਸਕਦਾ। ਮੈਂ ਤਾਂ ਜ਼ੁਲਮ ਨੂੰ ਕਦੇ, ਮੈਂ ਇਨਸਾਨੀਅਤ ਵਾਲਾ ਬੰਦਾ, ਮੈਂ ਕਿਸੇ ਬੇਬਸ ਆਦਮੀ ਲਈ ਮੈਲਟ ਹੋ ਸਕਦਾ, ਨਰਮ ਹੋ ਸਕਦਾ, ਪਰ ਮੈਂ ਜ਼ੁਲਮੀ ਬੰਦੇ ਦੇ ਖਿਲਾਫ ਤਾਂ ਮੈਂ ਲੜਾਈ ਲੜਨ ਵਾਲਾ ਬੰਦਾ, ਕਿਉਂਕਿ ਮੇਰੇ ਅੰਦਰ ਫੌਜੀ ਖੂਨ ਹੈ। ਕਿਉਂਕਿ ਜਿਹੜੇ ਬੰਦੇ ਇਨਸਾਨੀਅਤ ਦਾ ਘਾਣ ਕਰ ਰਹੇ ਨੇ, ਜਿਹੜੇ ਬੰਦੇ ਸਾਡੇ ਗੁਲਦਸਤੇ ਨੂੰ, ਸਾਡੇ ਹਰ ਧਰਮ ਦੇ ਗੁਲਦਸਤਾ ਬਣਿਆ ਮਲੇਰਕੋਟਲੇ ਦਾ, ਉਹਨਾਂ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰਦੇ ਨੇ, ਉਹਨਾਂ ਬੰਦਿਆਂ ਨੂੰ ਮੈਂ ਚੰਗਾ ਨਹੀਂ ਸਮਝਦਾ। ਲਾਸਟ ਟਾਈਮ ਕਦੋਂ ਮੁਲਾਕਾਤ ਹੋਈ? ਮੇਰੀ ਤਾਂ ਮੁਲਾਕਾਤ ਜਦੋਂ ਮੇਰੀ ਮਦਰ ਦੀ ਡੈਥ ਹੋਈ ਸੀ, ਉਦੋਂ ਦੇਖੇ ਸੀ ਇੱਥੇ। ਉਦੋਂ ਹੀ ਇੱਥੇ ਕਾਫੀ ਤਨਾਜ਼ਾ ਵੀ ਹੋਇਆ ਸੀ ਤੇ ਉਦੋਂ ਹੀ ਮੁਲਾਕਾਤ ਹੋਈ, ਮੈਂ ਦੇਖਿਆ ਨਹੀਂ। ਤਾਂ ਅਦਰਵਾਈਜ਼ ਤਾਂ ਕੋਈ ਨਾ। ਆਖਰੀ ਮੁਲਾਕਾਤ ਦੇ ਕੁਝ ਲਮਹੇ ਯਾਦ ਨੇ? ਕੀ ਹੋਇਆ ਸੀ? ਲਮਹੇ ਹੁਣ ਕਿਹੜੇ ਲਮਹੇ ਯਾਦ ਕਰਾਂ ਮੈਂ ਇਸ ਬੰਦੇ ਦੇ? ਬੱਚੇ ਇਹਨਾਂ ਦੇ ਛੋਟੇ ਸੀਗੇ ਤੇ 20-25 ਸਾਲ ਹੋ ਗਏ, ਕਿਸ ਲਮਹੇ ਨੂੰ ਯਾਦ ਕਰੀਏ ਆਪਾਂ? ਭੈਣ ਨਾਲ ਕਿਵੇਂ? ਭੈਣ ਨਾਲ ਵੀ ਹੁਣ ਭੈਣ ਨੇ ਤਾਂ ਦੇਖੋ ਜੀ, ਮੇਰੇ ਨਾਲ ਭੈਣ ਦਾ ਵੀ ਕੁਝ ਲੈਂਦੇ ਨਹੀਂ ਹੈ। ਆ ਜਿਹੜੇ ਮੇਰੇ ਇੱਥੇ 2 ਭਾਈ ਰਹਿੰਦੇ ਨੇ, ਕਦੇ ਵਿਚਾਰੇ ਇੱਧਰ ਹੋ ਜਾਂਦੇ ਨੇ, ਕਦੇ ਉੱਧਰ ਹੋ ਜਾਂਦੇ ਨੇ, ਉਹਨਾਂ ਦਾ ਕੁਝ ਪਤਾ ਨਹੀਂ ਚੱਲਦਾ। ਮੈਂ ਤਾਂ ਆਪਣੀ ਗਾਰੰਟੀ ਲੈ ਸਕਦਾ ਕਿ ਉਹ ਭੈਣ ਹੈ, ਉਹਨੇ ਤਾਂ ਆਪਣੇ ਘਰ ਵਾਲੇ ਨਾਲ ਜਾਣਾ ਹੈ। ਬੱਚੇ ਨੇ, ਬੱਚੇ ਸਭ ਦੇ ਚੰਗੇ ਹੁੰਦੇ ਨੇ। ਮੇਰਾ ਇਹਨਾਂ ਨਾਲ ਕੀ ਤਨਾਜ਼ਾ? ਮੇਰਾ ਇਹਦੀ ਸੋਚ ਨਾਲ ਤਨਾਜ਼ਾ ਹੈ। ਕਿਉਂ ਤਨਾਜ਼ਾ? ਕਿ ਬੰਦਾ ਚਲਾਕ ਬਹੁਤ ਹੈ, ਪਲੈਨਰ ਹੈ, ਸਟ੍ਰੈਟੇਜਿਸਟ ਐਵੇਂ ਨਹੀਂ ਬਣਾਇਆ ਉਹ ਮਿਸਟਰ ਸਿੱਧੂ ਨੇ। ਸਟ੍ਰੈਟਜੀਆਂ ਖੇਲਦਾ ਹੈ ਪਰ ਨੈਗੇਟਿਵ ਖੇਲਦਾ ਹੈ।
ਹੁਣ ਮੈਂ ਗੱਲ ਬੋਲੂੰਗਾ, ਇਹਨੇ ਦੇਖ ਕੇ ਰਾਤ ਨੂੰ ऐसा दिमाग खुराफात दिमाग चलाऊगा सवेरे ही बना के चटर चटर करके बोल दूंगा लोगों ने, लोग कहेंगे हाँ हाँ ठीक कह रहा भी होता। वो मेरे लफ्ज भी आप बना दूंगा। वो आया, अरे उसने मुझे ये बोला, मैं खबरदार ऐसे क्यों बोला, फिर मैंने ये कहा, फिर उसने ये कहा। ये दूजे दे लफ्ज भी आप बना लोगे, कोई लोड़ नहीं है इन्हें दसन दी। ये सैल्फ क्रिएटेड ही किसी भी थोड़ी जी गल बना दूंगा। ये एडा बड़ा स्क्रिप्ट राइटर है, ਇਹਦੇ ਵਿੱਚ ਇੰਨੀ ਕਿ ਕਨਵਿੰਸਿੰਗ ਪਾਵਰ ਹੈ, ਲੋਕਾਂ ਨੂੰ ਕਨਵਿੰਸ ਕਰ ਦਿੰਦਾ ਹੈ। ਲੋਕਾਂ ਨੂੰ ਲੱਗਦਾ ਵੀ ਇਹ ਸੱਚ ਬੋਲਦਾ, ਪਰ ਹੁਣ ਸ਼ਰੇਆਮ ਹੀ ਝੂਠ ਫੜੇ ਹੀ ਜਾਂਦੇ ਹਰ ਜਗ੍ਹਾ। ਜਿਸ ਬੰਦੇ ਨੇ ਬੋਲਣਾ ਹੀ ਝੂਠ ਹੈ, ਉਹਦਾ ਕੀ ਇਤਬਾਰ ਕਰੋਗੇ ਦੱਸੋ। ਦੁੱਖ ਹੈ ਮੈਂ ਤਾਂ ਆਪਣੀ ਭੈਣ ਨਾਲੋਂ ਜਿਹੜੇ ਤੁਹਾਡੇ ਵਖਰੇਵੇ ਪੈਦਾ ਹੋਏ ਨੇ। ਮੈਨੂੰ ਜੀ ਦੇਖੋ, ਹਰ ਇੱਕ ਇਨਸਾਨ ਨੇ ਚਲੇ ਜਾਣਾ ਹੈ, ਮਾਂ-ਬਾਪ ਚਲੇ ਗਏ, ਕੁਝ ਜਿਉਂਦੇ ਪਰੇ ਹੋ ਜਾਂਦੇ ਨੇ, ਕੁਝ ਜਿਸਮਾਨੀ ਤੌਰ ਤੇ ਪਰੇ ਹੋ ਜਾਂਦੇ ਨੇ। ਮੇਰੇ ਲਈ ਤਾਂ ਕੋਈ ਫਰਕ ਨਹੀਂ ਪੈਂਦਾ। ਆ ਸ਼ਹਿਰ ਮਲੇਰਕੋਟਲਾ ਸਾਰੇ ਜਿਹੜਾ ਪਿਆਰ ਕਰ ਲੈਂਦਾ ਹੈ, ਉਹੀ ਭੈਣ ਹੈ, ਉਹੀ ਭਾਈ ਹੈ। ਰਿਸ਼ਤੇ ਵੈਲਿਊਜ਼ ਤੇ ਰਹਿ ਗਏ। ਗੱਲ ਡਿਵੈਲਪਮੈਂਟ ਦੀ ਆਪਾਂ ਕਰੀਏ, ਡਿਵੈਲਪਮੈਂਟ ਦਾ ਕੁਝ ਨਹੀਂ। ਕਦੇ ਯਾਦ ਨਹੀਂ ਆਈ ਡਾਲੀ ਸਾਹਿਬ, ਯਾਦ ਵੀ ਨਹੀਂ ਆਈ। ਆਖਰ ਇੱਕ ਢਿੱਡੋਂ ਜੰਮਿਆ ਹੁੰਦਾ ਬੰਦਾ। ਭਾਂਜੇ ਵੀ ਨੇ ਤੁਹਾਡੇ, ਭਾਂਜੀਆਂ ਵੀ ਨੇ। ਦੇਖੋ ਭਾਂਜੇ ਦਾ ਮੈਂ ਤਾਂ ਉਹਨਾਂ ਲਈ ਕਹਿਣਾ ਵੀ ਇਹ ਜੇ ਚਲੋ ਦੁਨੀਆ ਦੇ ਬੱਚੇ ਸਭ ਬੰਦੇ ਤਰੱਕੀ ਕਰਨ, ਸਾਰਿਆਂ ਦੇ ਬੱਚੇ, ਸਾਰਿਆਂ ਦੇ ਭਾਂਜੇ, ਸਾਰਿਆਂ ਦੇ ਧੀਆਂ ਪੁੱਤ ਤਰੱਕੀ ਕਰਨ। ਉਹਨਾਂ ਦਾ ਵਿਚਾਰੇ ਛੋਟੇ ਛੋਟੇ ਹੁੰਦੇ ਸੀ, ਉਹਨਾਂ ਨਾਲ ਕੀ ਆ, ਕੁਛ ਨਹੀਂ। ਭਾਂਜੇ ਦਾ ਨਾਲੇ ਨੇੜੇ ਹੀ ਰਹੇ, ਉਹਨਾਂ ਨਾਲ ਅਫੈਕਸ਼ਨ ਦਾ ਕੋਈ ਰਹੀ ਨਹੀਂ। ਪਰ ਆਪਾਂ ਇਹ ਵਿਸ਼ ਹੀ ਕਰ ਸਕਦੇ ਹਾਂ ਸਾਰੇ ਪੰਜਾਬ ਦੇ ਬੱਚਿਆਂ ਦੀ ਤੇ ਦੁਨੀਆ ਦੇ ਬੱਚਿਆਂ ਲਈ, ਔਲਾਦ ਲਈ, ਭਾਂਜਿਆਂ ਲਈ, ਭਤੀਜਿਆਂ ਲਈ। ਜਿਵੇਂ ਆ ਮੇਰੇ ਇੱਥੇ ਭਤੀਜੇ ਤੁਰੇ ਫਿਰਦੇ ਨੇ, ਇਹਨਾਂ ਨੇ ਗੁੱਡ ਵਿਸ਼ੇਸ ਕਰ ਸਕਦੇ। ਬੱਚਿਆਂ ਦਾ ਕੀ ਕਸੂਰ ਹੈ, ਕੋਈ ਕਸੂਰ ਨਹੀਂ। ਤੇ ਫਿਰ ਤੁਹਾਡੇ ਤੇ ਇੱਕ ਬਹੁਤ ਗੰਭੀਰ ਇਲਜ਼ਾਮ ਜਿਹੜਾ ਮੁਹੰਮਦ ਮੁਸਤਫਾ ਹੋਰਾਂ ਨੇ ਲਗਾਇਆ ਸੀ। ਉਹਨਾਂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨਾਲ ਤੁਹਾਡੇ ਅਜਿਹੇ ਰਿਸ਼ਤੇ ਨੇ, ਜੇਕਰ ਉਹ ਖੁਲਾਸੇ ਕਰ ਦੇਣ ਤਾਂ ਮੀਡੀਏਟਰ ਮਲੇਰਕੋਟਲਾ ਹਾਊਸ ਦੇ ਵਿੱਚ ਆ ਜਾਣ। ਇਸ ਤਰ੍ਹਾਂ ਦੇ ਕਿਹੜੇ ਰਿਸ਼ਤੇ ਨੇ ਤੁਹਾਡੇ? ਦੇਖੋ ਜੀ, ਇਹ ਮਾਸਟਰ ਆਫ ਝੂਠ ਹੈ। ਇਸ ਝੂਠ ਬੋਲਣ ਦਾ ਨਾ ਵਧੀਆ ਸਟਾਈਲ ਹੈ ਇਸ ਬੰਦੇ ਕੋਲੇ। ਇਹ ਕੁਝ ਵੀ ਬੋਲ ਸਕਦਾ ਹੈ। ਰਾਣਾ ਸੋਢੀ ਦਾ ਨਾਂ ਸੁਣਿਆ ਸੀ ਜੀ? ਉਹ ਇੱਥੇ ਮੇਰੇ ਕੋਲ ਆਉਂਦੇ ਰਹਿੰਦੇ ਨੇ, ਮੇਰੇ ਚੰਗੇ ਅਜੀਜ਼ ਦੋਸਤ ਨੇ। 1990-91 ਦੇ ਮੈਨੂੰ ਜਾਣਦੇ ਨੇ, 91 ਦੇ, ਔਰ 30 ਸਾਲ ਪੁਰਾਣੀ ਦੋਸਤੀ ਹੈ। ਕੈਪਟਨ ਅਮਰਿੰਦਰ ਸਿੰਘ ਜੀ ਦੀ ਉਹਨਾਂ ਨਾਲ ਦੋਸਤੀ ਬੜੀ ਪੁਰਾਣੀ। ਜੇ ਉਹ ਮੇਰਾ ਭਰਾ ਵਰਗਾ ਰਿਸ਼ਤਾ ਰਾਣਾ ਸੋਢੀ ਨਾਲ, ਉਹਨਾਂ ਦੇ ਨਾਲ ਇਹਨਾਂ ਦਾ ਰਿਸ਼ਤੇ ਸੀਗੇ, ਆਉਣਾ ਜਾਣਾ ਸੀ। ਇਹ ਬੰਦਾ ਵੀ ਰਾਣਾ ਸੋਢੀ ਦੇ ਘਰ ਆਉਂਦਾ ਸੀ, ਉੱਥੇ ਕੈਪਟਨ ਸਾਹਿਬ ਨੂੰ ਮਿਲਿਆ ਸੀ ਰਾਣਾ ਸੋਢੀ ਜੀ ਕਰਕੇ। ਅਦਰਵਾਈਜ਼ ਦਾ ਕੋਈ ਲਿੰਕ ਨਹੀਂ ਸੀ। ਇਹ ਨਵੇਂ ਲਿੰਕ ਬਣਾਉਂਦਾ ਹੈ। ਇਹ ਪਤਾ ਨਹੀਂ ਕਿਹੜੀਆਂ ਵਾਹਾਂ ਜੋੜ ਦਿੰਦਾ ਹੈ। ਅਗਰ ਇਹ ਹੋ ਜਾਏ ਤਾਂ ਉਹ ਹੋ ਜਾਏ। ਮੈਂ ਤੁਹਾਨੂੰ ਇੱਕ ਝੂਠ ਦੱਸਾਂ, ਉਹ ਤਾਂ ਕਹਿ ਰਹੇ ਸੀ ਕਿ ਸਾਰੇ ਇਲਜ਼ਾਮ ਹੀ ਜਿਹੜੇ ਤੁਸੀਂ ਸ਼ਹਿਰ ਦੇ ਵਿੱਚ ਤੁਸੀਂ ਉਹ ਕਹਿ ਰਹੇ ਸੀ ਕਿ ਜੀ ਦਹਿਸ਼ਤਗਰਦੀ ਵਾਲੀਆਂ ਜਿਹੜੀਆਂ ਅਫਵਾਹਾਂ ਨੇ ਜਾਂ ਕੈਪਟਨ ਅਮਰਿੰਦਰ ਸਿੰਘ ਦੇ ਕੰਨ ਨੇ ਜਿਹੜੇ ਉਹ ਅਰਸ਼ਦ ਡਾਲੀ ਭਰਦਾ। ਯਾਰ ਮੈਂ ਤਾਂ ਇਸ ਬੰਦੇ ਤੋਂ ਹੈਰਾਨ ਆ। ਇੱਕ ਤਾਂ ਇਹ ਬਹੁਤੀ ਦੇਰ ਫੀਲਡ 'ਚ ਨਹੀਂ ਰਿਹਾ, ਪੁਲਿਸ ਦੀ ਫੀਲਡ 'ਚ ਰਿਹਾ ਹੁੰਦਾ, ਸ਼ਾਇਦ ਇਹਨੂੰ ਪਤਾ ਹੁੰਦਾ। ਇਹ ਤਾਂ ਬਹੁਤ ਮੋਸਟ ਆਫ ਦਾ ਟਾਈਮ ਇਹਦੀ ਮੇਰੇ ਖਿਆਲ 'ਚ 35 ਸਾਲ ਦੀ ਇਹਦੀ ਨੌਕਰੀ ਹੈ, ਤੇ ਉਹਦੇ ਵਿੱਚੋਂ ਮੇਰੇ ਖਿਆਲ ਦੇ ਵਿੱਚ 28-29 ਸਾਲ ਤੱਕ ਖੁੱਡੇ ਲੈਣੀ ਰਿਹਾ ਬੰਦਾ, ਜਿਹਨੂੰ ਆਪਾਂ ਸਾਈਡ। ਉਹ ਤਾਂ ਕਹਿ ਰਹੇ ਨੇ ਅਸੀਂ ਬਾਰਡਰਾਂ ਤੇ ਰਹੇ ਹਾਂ, ਹੁਸ਼ਿਆਰਪੁਰ ਖੇਮਕਰਨ ਪੱਟੀ ਵਾਲੇ ਪਾਸੇ। ਉਹ KPS ਗਿੱਲ ਦੇ ਟਾਈਮ 'ਚ, ਉਦੋਂ ਟਾਈਮ ਤੇ SSP ਲੱਗਦੇ ਰਹੇ। ਤੇ ਬਹੁਤਾ ਸਾਈਡ ਲਾਈਨ ਤੇ ਚੰਗੀ ਪੋਸਟਿੰਗ। ਡੋਮਿਨੋ ਉੱਥੇ ਹੈਗਾ ਨਾ 34 ਸੈਕਟਰ 'ਚ ਹਸਪਤਾਲ ਹੈ ਇੱਕ, ਉਹਦੇ ਉੱਪਰ ਇੱਕ ਹਸਪਤਾਲ ਦੇ ਉੱਪਰ ਹਿਊਮਨ ਰਾਈਟ ਕਮਿਸ਼ਨ ਦਾ ਦਫ਼ਤਰ ਹੈ, ਉੱਥੇ ਬੈਠਾ ਰਿਹਾ ਕਈ ਸਾਲ, ਤੁਹਾਨੂੰ ਪਤਾ ਹੋਊਗਾ। ਸੋ ਇਹਨੂੰ ਇਹ ਨਹੀਂ ਪਤਾ, ਜਾਂ ਇਹਨੂੰ ਪਤਾ ਜਾਣ ਕੇ ਕਰਦਾ, ਝੂਠ ਬੋਲਦਾ। ਜੇ ਤੁਸੀਂ ਦੱਸੋ ਇਸ ਸ਼ਹਿਰ ਦੇ ਵਿੱਚ ਕੁਝ ਵੀ ਹੁੰਦਾ ਹੈ ਕਿ ਇੰਟੈਲੀਜੈਂਸ ਡਿਪਾਰਟਮੈਂਟ ਨਹੀਂ ਹੈ? ਇੰਟੈਲੀਜੈਂਸ ਡਿਪਾਰਟਮੈਂਟ ਨਹੀਂ ਹੈ। ਇੰਟੈਲੀਜੈਂਸ ਡਿਪਾਰਟਮੈਂਟ ਦਾ ਕੀ ਕੰਮ ਹੈ? ਡੇਲੀ ਰਿਪੋਰਟ ਕਰਨਾ। ਡੇਲੀ ਰਿਪੋਰਟ ਕਰਦੇ ਨੇ ਕੀ ਹੋ ਗਿਆ ਸ਼ਹਿਰ 'ਚ। CM ਨੂੰ, ਜਿਵੇਂ ਚੰਨੀ ਸਾਹਿਬ ਨੇ, ਚੰਨੀ ਸਾਹਿਬ ਗੁਰਪ੍ਰੀਤ ਘੁੱਗੀ ਮੇਰਾ ਭਾਈ ਹੈ, ਜਿਵੇਂ ਰਾਣਾ ਸੋਢੀ ਮੇਰਾ ਭਾਈ ਹੈ, ਉਹ ਅੱਗੇ ਕੈਪਟਨ ਸਾਹਿਬ ਦੇ ਨਜ਼ਦੀਕ ਆ ਰਹੇ ਨੇ। ਗੁਰਪ੍ਰੀਤ ਘੁੱਗੀ ਮੇਰਾ ਭਾਈ ਹੈ, ਰਾਣਾ ਸੋਢੀ ਮੰਗ ਅੱਗੇ ਉਹ ਚੰਨੀ ਜੀ ਦੇ ਭਾਈਆਂ ਵਰਗੇ ਰਿਲੇਸ਼ਨ ਨੇ। ਸੋ ਉਹ ਗੱਲ ਅਲੱਗ ਹੈ। ਹੁਣ ਜੇ ਕਿਤੇ ਹੁਣ ਤਰੀਕੇ ਉਧਰ ਦੇਖ ਲੈ ਤਾਂ ਇਹ ਕਹਿਣਗੇ ਵੀ ਉਹ ਐਂ ਕਰਨ, ਯਾਨੀ ਕਿ ਝੂਠ ਦੀ ਕੋਈ ਸੀਮਾ ਨਹੀਂ ਹੁੰਦੀ। ਇਹਦਾ ਜੇਕਰ ਕੈਪਟਨ ਅਮਰਿੰਦਰ ਸਿੰਘ, ਡਾਲੀ ਸਾਹਿਬ ਮਾਫ ਕਰਨਾ ਤੁਹਾਨੂੰ ਵਿੱਚੋਂ ਰੋਕ ਰਿਹਾ, ਕੈਪਟਨ ਅਮਰਿੰਦਰ ਸਿੰਘ 21 ਜੂਨ ਨੂੰ ਜ਼ਿਲ੍ਹੇ ਦੀ ਅਨਾਉਂਸਮੈਂਟ ਕਰਦੇ ਨੇ, ਔਰ ਉਸ ਤੋਂ ਬਾਅਦ ਉਹ ਕਹਿੰਦੇ ਨੇ ਕਿ ਜੀ ਇੱਥੇ ਤਾਂ ਹਾਲਾਤ ਇਦਾਂ ਦੇ ਨੇ ਗੁੰਡਾਗਰਦੀ ਦੇ ਕਿ 5:30 ਵਜੇ ਤੋਂ ਬਾਅਦ ਔਰਤਾਂ ਬਾਹਰ ਹੀ ਨਹੀਂ ਨਿਕਲ ਸਕਦੀਆਂ। ਉਹ ਕਹਿੰਦੇ ਜੀ ਵੀ ਇਹ ਸਭ ਕੁਝ ਅਰਸ਼ਦ ਡਾਲੀ ਨੇ ਕਿਹਾ। ਬਈ ਮੈਂ ਕੋਈ ਇੰਟੈਲੀਜੈਂਸ ਦਾ ਅਫਸਰ ਨਹੀਂ ਰਿਹਾ, ਮੈਂ ਕੋਈ DGP ਨਹੀਂ ਰਿਹਾ। DGP ਡੇਲੀ ਰਿਪੋਰਟ ਕਰਦੇ ਨੇ, ਇੰਟੈਲੀਜੈਂਸ ਡੇਲੀ ਰਿਪੋਰਟ ਕਰਦੇ ਨੇ CM ਨੂੰ। ਇਹਨੂੰ ਇੰਨਾ ਤਾਂ ਪਤਾ ਹੋਣਾ ਚਾਹੀਦਾ। ਡਾਲੀ ਤਾਂ ਨਹੀਂ ਕੁਝ ਲੱਗਿਆ ਹੋਇਆ। ਤੁਹਾਡਾ ਨਾਮ ਕਿਉਂ ਲੈ ਰਹੇ ਨੇ? ਇਹਨੂੰ ਦੇਖੋ, ਇਸ ਬੰਦੇ ਨੇ ਹਰ ਝੂਠ ਮੇਰੇ ਤੇ ਲਿਆਉਣਾ ਮੇਰਾ, ਕਿਉਂਕਿ ਇਹਨੂੰ ਮੇਰੇ ਨਾਲ ਜਾਤੀ ਰੰਜਿਸ਼ ਹੈ। ਜਾਂ ਤਾਂ ਮੈਂ ਦੂਜੇ ਆਪਣੇ ਭਾਈਆਂ ਵਰਗਾ ਹੋ ਜਾਂਦਾ,
हाँ जी, या जिमें दूजे मैं मेरे अंदर मैं कहना भी मैं अपनी इंसानियत ते खड़न वाला बंदा, मैं शहर की डिवेलपमेंट बारे मरन वाला बंदा, मेरा कोई बट दा रौला है। मेरा इस बंदे नाल रौला इस गल दा कि जिमें लोगों को ट्रीट करदा है, दैट इज़ नॉट द वे टू ट्रीट। तुसी इंसान हो, इंसान बन के रहो यार। तुसी मैनूं गल दसो काशिफ साहब, एक इस रैंक का बंदा किसी मजलूम नूं गालां कढ रहा है या किसी मजलूम नूं बुरा बोल रहा है, ये दिस इज द वे टू ट्रीट। ਉਹ ਤਾਂ ਕਹਿੰਦੇ ਨੇ ਸਾਡਾ ਪਿਆਰ ਬੜਾ, ਇੱਜ਼ਤ ਬੜੀ ਹੈ, ਪਿਆਰ ਬਹੁਤ ਕਰਦੇ ਨੇ ਲੋਕ। ਮੈਂ ਤਾਂ ਕਹਿੰਦਾ ਨਹੀਂ ਵੀ ਕਿ ਨਹੀਂ ਕਰਦੇ, ਕਹਿੰਦੇ ਠੀਕ ਹੈ, ਪਰ ਲੇਕਿਨ ਜਿਹੜੀ ਅਮੂਮਨ ਗੱਲ ਤੁਹਾਨੂੰ ਸੁਣੀ ਨਹੀਂ ਹੈ ਅੱਜ ਤੱਕ, ਕੋਈ ਬੇਇੱਜ਼ਤ ਨਹੀਂ ਹੋਇਆ ਇੱਥੇ। ਫਿਰ ਤਾਂ ਜੇ ਕਹਿੰਦੇ ਨੇ ਵੀ ਅੱਜ ਤੱਕ ਕੋਈ ਬੇਇੱਜ਼ਤ ਨਹੀਂ ਹੋਇਆ, ਫਿਰ ਮੈਂ ਤੁਹਾਡੀ ਗੱਲ ਮੰਨਾਂ, ਮੈਂ ਹਾਂ ਤਾਂ ਨਹੀਂ ਕਹੂੰਗਾ, ਮੈਂ ਸੁਣ ਲੂੰਗਾ ਤੁਹਾਡੀ ਗੱਲ, ਕਿਉਂਕਿ ਜੇ ਸੱਚ ਕਹਿੰਦੇ ਹੋ ਇਹੋ ਜਿਹਾ ਕੁਝ ਨਹੀਂ ਹੋਇਆ, ਇਹੋ ਜਿਹਾ ਕੁਝ ਨਹੀਂ ਹੋਇਆ। ਤੁਸੀਂ ਆਪਣੇ ਅੱਖਾਂ ਸਾਹਮਣੇ ਕੁਝ ਇਸ ਤਰ੍ਹਾਂ ਦਾ ਦੇਖਿਆ ਕਦੇ? ਮੇਰੇ ਕੋਲ ਤਾਂ ਜੀ ਬੜੀਆਂ ਅੱਖਾਂ ਨੇ, ਬਹੁਤ ਕੁਝ ਦੇਖਿਆ। ਮੇਰੇ ਤੋਂ ਨਾ ਹੀ ਕੁਝ ਬੁਲਵਾਓ, ਨਾ ਹੀ ਬੁਲਵਾਓ। मैंने बहुत कुछ देखा होया। ਉਹੀ ਸੋਚ ਤੁਹਾਨੂੰ ਵੀ ਡਰ ਲੱਗਦਾ ਹੈ ਜੇ ਬੋਲਣ ਲੱਗੇ? ਕਿਹਦੇ ਡਰ? ਕਿਹੜਾ ਡਰ? ਅਜੇ ਵੀ ਡਰ ਲੱਗਦਾ? ਕਿਹੜਾ ਡਰ? ਕਿਸੇ ਤੋਂ ਡਰ ਵਾਲੇ ਦਿਨ ਤਾਂ ਮੈਂ ਪੈਦਾ ਹੀ ਨਹੀਂ ਹੋਇਆ। 25 ਸਾਲ ਉਮਰ ਇਹਦੀ ਨੌਕਰੀ ਜਾਂਦੀ ਸੀ ਜਦੋਂ ਮੈਂ ਝੰਡਾ ਚੱਕਿਆ ਸੀ ਇਹਦੇ ਖਿਲਾਫ। ਇਹ ਇਦਾਂ ਦਾ ਬੰਦਾ ਹੈ ਕਿ ਕੋਈ ਵੀ ਸਟੋਰੀ ਕ੍ਰੀਏਟ ਕਰ ਸਕਦਾ, ਕੋਈ ਵੀ ਸਟੋਰੀ ਕ੍ਰੀਏਟ ਕਰ ਸਕਦਾ। ਡਰ ਕਾਹਦਾ? ਕਿਸ ਚੀਜ਼ ਦਾ ਡਰ? ਡਰ ਉਹ ਜਿਸੇ ਜਿਹਨੂੰ ਕੋਈ ਮੇਰੇ ਬੱਚੇ ਨਹੀਂ, ਮੇਰੇ ਮਾਂ ਪਿਓ ਨਹੀਂ, ਮੈਂ ਕਿਸੇ ਦਾ ਡਰਦਾ नहीं, मैं आज तक डरे। मैं स्टेजा लाइया शरियाम, ये शातिर बंदा, अरे हमने खड़ा किया है, बैठ जाएगा, हमें टिप दिए गए, वो हमने खड़ा किया है, लोगों को गुमराह करते रहे, होर की किया नहीं, यही कुछ किया है। डर खौफ तो लोगों को लगता वो जो बेबस लोग ने, इसे करके तो होर मेरा बटदा रौला। मैं तो सिर्फ ਇਹਦੀ ਸੋਚ ਕਰਕੇ, ਇਹਦਾ ਇਸ ਐਟੀਟਿਊਡ ਕਰਕੇ ਦੇ ਖਿਲਾਫ ਹਾਂ, ਇਹਦੀ ਸੋਚ ਦੇ ਖਿਲਾਫ ਹਾਂ। ਮੈਨੇ ਹੋਰ ਕੀ ਲੈਣਾ? ਇੱਕ ਸਾਬਕਾ ਐਮਸੀ ਨਾਲ ਵੀ ਤੁਹਾਡਾ ਜਿਹੜਾ ਨਾਮ ਹੈ ਜੋੜਿਆ ਗਿਆ ਕਿ ਤੁਸੀਂ ਉਹਨਾਂ ਦੇ ਘਰਦਿਆਂ ਨੂੰ ਜਾਣਬੁੱਝ ਕੇ ਇੱਕ ਬੜੀ ਸਾਜ਼ਿਸ਼ ਦੇ ਤਹਿਤ ਫਸਾਇਆ ਹੈ। ਉਹ ਕਹਿੰਦੇ 1.5 ਸਾਲ ਬਾਅਦ ਕੋਈ ਨਾਮ ਲਓ, ਤੁਸੀਂ ਉਹਦੀ ਗੱਲ ਕਰ ਰਹੇ ਹੋ, ਉਹ ਕੀ ਨਾਮ ਉਹਦਾ, ਉਹ ਸ਼ਮਾ ਫਰਾਜ਼ੀ ਤੁਸੀਂ ਗੱਲ ਕਹਿਣਾ ਚਾਹੁੰਦੇ ਜਾਂ ਕਿਸੇ ਹੋਰ ਦੀ? ਜੀ ਉਹੀ ਗੱਲ ਹੈ ਨਾ ਜੀ। ਤੁਹਾਨੂੰ ਇਹਨੂੰ ਤਾਂ ਨਹੀਂ ਪਤਾ, ਇਹ ਤਾਂ ਬਾਹਰੋਂ ਆਇਆ ਹੈ, ਨਾ ਤਾਂ ਇਹ ਜਮਾਲਪੁਰੇ ਪੈਦਾ ਹੋਇਆ, ਨਾ ਮਲੇਰ 'ਚ ਪੈਦਾ ਹੋਇਆ, ਨਾ ਇਹਦਾ ਕੋਈ ਬਚਪਨ ਦਾ ਦੋਸਤ ਹੈ ਇੱਥੇ, ਨਾ ਕੋਈ ਇਹਦਾ ਰਿਸ਼ਤੇਦਾਰ, ਨਾ ਕੋਈ ਸ਼ਰੀਕਾ। ਇਹਨੂੰ ਕਿਸੇ ਗਲੀ 'ਚ ਛੱਡਿਆ, ਉੱਥੇ ਨਿਕਲ ਕੇ ਨਹੀਂ ਆਉਣਾ, ਇਹਨੂੰ ਲਾਸਕਿਆਂ ਦੇ ਮਹੱਲੇ ਛੱਡਿਆ। ਅਸੀਂ ਤਾਂ ਗਲੀਆਂ ਗਲੀਆਂ 'ਤੇ ਪੇਤੀਆਂ। ਇਹਦੀ ਨੌਲੇਜ ਵਾਧਾ ਕਰ ਦੇਵਾਂ, ਉਹ ਸ਼ਮਾ ਜਿਹੜੀ ਹੈਗੀ ਹੈ ਕੁੜੀ, ਸਾਡੀ ਛੋਟੀ ਭੈਣ ਆ, ਇੱਥੇ ਸਾਡੇ ਸਰੰਦੀ ਗੇਟ ਰਹਿੰਦੇ ਸੀ। ਉਹਨਾਂ ਦੀ ਬੜੀ ਭੈਣ ਜਿਹੜੀ ਹੈਗੀ ਹੈ, ਉਹਨੇ ਸਾਨੂੰ ਖਿਲਾਇਆ ਹੋਇਆ, ਉਹਦੀ ਬੜੀ ਭੈਣ ਨੇ ਸਾਨੂੰ ਖਿਲਾਇਆ ਹੋਇਆ। ਇੱਥੇ ਅੱਜ ਸਾਡੇ ਮਲਕ ਨੂਰ ਸਾਹਿਬ ਹੁੰਦੇ ਸੀਗੇ, ਉਹਨਾਂ ਦੀ ਬੱਚੀਆਂ ਨਾਲ ਕਲਾਸਮੇਟ ਸੀ। ਇਹਨੂੰ ਇਸ ਇਤਿਹਾਸ ਦਾ ਹੀ ਨਹੀਂ ਪਤਾ। ਜੇ 1.5 ਸਾਲ ਬਾਅਦ ਮੈਂ ਉਹਨੂੰ ਫਸਾਇਆ ਹੈ, ਤੇ ਫਿਰ ਪਰਚਾ 1.5 ਸਾਲ ਦੇ ਨੇ ਉੱਪਰ ਉਹਦੇ ਕਿਉਂ ਰੱਖਿਆ? ਕਿੰਨੇ ਇਹੋ ਜਿਹੇ ਬੰਦੇ ਨੇ ਜਿਨ੍ਹਾਂ ਦੇ ਪਰਚੇ ਇਹਨੇ ਨਾਲ ਰੱਖੇ ਨੇ, ਸੋਲਵ ਨਹੀਂ ਕੀਤੇ। ਪਰਚਾ ਕਰਾ ਕੇ ਬੰਦੇ ਨੂੰ ਬੰਨ੍ਹ ਕੇ ਰੱਖਣ ਦੀ ਆਦਤ ਇਸ ਬੰਦੇ ਦੀ ਹੈ, ਮੇਰੀ ਦੀ ਆਦਤ ਨਹੀਂ ਹੈ। ਤੁਸੀਂ ਪਿਛਲੇ 5 ਜਾਂ 10 ਸਾਲ ਦਾ ਮੇਰਾ ਰਿਕਾਰਡ ਕਢਾ ਲਓ, ਮੈਂ 10 ਟੈਲੀਫੋਨ ਨਹੀਂ ਮਲੇਰਕੋਟਲੇ 'ਚ ਕੀਤੇ ਹੈ। ਇਹ ਥਾਣਿਆਂ ਦੀ ਰਾਜਨੀਤੀ ਕਰਦਾ ਹੈ। ਇਹ ਛੋਟੇ ਛੋਟੇ ਜਿਹੜੇ ਸਾਡੇ ਇੱਥੇ ਦੇ ਲੋਕ ਨੇ, ਗਰੀਬ ਗੁਰਬੇ ਲੋਕ, ਉਹਨਾਂ ਨੂੰ ਡਰਾਉਂਦਾ ਹੈ। ਕੋਈ ਮੁਕਾਬਲਾ ਯਾਰ? ਇਹ ਮੁਕਾਬਲਾ ਤੁਹਾਡਾ? ਕੋਈ ਇਨਸਾਨੀਅਤ ਹੈ? ਮੁਕਾਬਲਾ ਕਰਦੇ ਹੋ ਨਾ ਕਰੋ, मुकाबला करना बड़े ना करो। हुन ਇੱਥੇ बैठ के चाहे तुसी जिन्हों मर्जी बोली चलो, उसको मैंने ये कर दिया, उसको मून हो गया, कुछ नहीं किया कराया, सब झूठ बोलता है, टोटल झूठ ਦਾ ਪਲੰਦਰ। ਪਰ ਤੁਸੀਂ ਸੀਨ ਚੋਂ ਆਊਟ ਕਿਉਂ ਹੋ ਗਏ? ਸਿਆਸਤ ਦੀ ਸੀਨ ਚੋਂ ਤੁਹਾਨੂੰ ਲੋਕ ਪਿਆਰ ਕਰਦੇ ਸੀ, ਇੱਥੇ ਤੁਸੀਂ ਸੀ ਇੱਥੇ, ਤੇ ਵੋਟਾਂ ਦੀ ਗਿਣਤੀ ਵੀ ਜੇ ਕਰੀਏ ਤਾਂ ਕਾਫੀ ਗਿਣਤੀ ਦੇ ਵਿੱਚ ਵੋਟਾਂ ਵੀ ਤੁਹਾਨੂੰ 2017 'ਚ ਸੀਨ ਚੋਂ ਯਕਦਮ ਆਊਟ ਹੋਣਾ, ਉਹ ਕੀ ਕਾਰਨ ਰਿਹਾ ਡਾਲੀ ਸਾਹਿਬ? ਦੇਖੋ ਬ੍ਰਦਰ, ਗੱਲ ਇਹ ਹੈ, ਜਿੱਥੇ ਲੋਕ ਸਿਆਸਤ 'ਚ ਬੈਠੇ ਹੋਣ, ਝੂਠ ਬੋਲਦੇ ਹੋਣ ਔਰ ਲੋਕਾਂ ਨੂੰ ਪਿੱਛੇ ਲਗਾ ਦਿੰਦੇ ਹੋਣ ਕਿ ਹਮਨੇ ਖੜਾ ਕੀਤਾ 2 ਵਾਰੀ ਤਾਂ ਇਹ ਹੋ ਲਿਆ, ਅੰਦਰੋਂ ਤਾਂ ਇਹ ਮੇਰਾ ਦੁਸ਼ਮਣ ਹੈ, ਦਾਤੀ ਚਲਾਉਂਦਾ ਮੇਰੇ, ਜਿੱਥੇ ਨਹੀਂ ਉੱਥੇ ਜਾਂਦਾ ਹੈ, ਪਤਾ ਨਹੀਂ ਕੀ ਕੁਝ ਕਰਦਾ ਹੈ, ਪਤਾ ਨਹੀਂ ਕਿਹੜੀਆਂ ਕਿਹੜੀਆਂ ਸਾਜ਼ਿਸ਼ਾਂ ਰਚੀ ਬੈਠਾ ਹੈ। ਮੈਨੂੰ ਤਾਂ ਬੜੀ ਇਨਫੋਰਮੇਸ਼ਨ ਆਈ ਹੈ ਕਿ ਤੁਹਾਡੇ ਤੇ ਆਹ ਕਰਾ ਦੂੰ, ਤੁਹਾਡੇ ਤੇ ਇਨਫੋਰਮੇਸ਼ਨ ਆਈ, ਪਤਾ ਨਹੀਂ ਵੱਡੇ ਕਿਸੇ ਪਰਚੇ 'ਚ ਕਰ ਦੂੰ, ਪਤਾ ਨਹੀਂ ਉਹ ਕਰ ਦੂੰ, ਉਹ ਮੈਂ ਹੈ ਯਾਰ ਕਿਹੜੇ ਪਰਚੇ ਪੁੱਛ, ਮਸਤ ਮੌਲਾ ਬੰਦੇ ਨੂੰ ਕੋਈ ਨਹੀਂ, ਆਪਾਂ ਤਾਂ ਫਕੀਰ ਬੰਦੇ ਆ ਯਾਰ, ਤਾਂ ਕੋਈ ਐਂਬੀਸ਼ਨ ਨਹੀਂ, ਆਪਣਾ ਕੋਈ ਡਿਜ਼ਾਇਰ ਹੀ ਨਹੀਂ ਹੈ। ਅੱਜ ਇੱਥੇ ਕੱਲ੍ਹ ਨੂੰ ਉੱਥੇ ਵਕਤ ਕੱਢੀ ਹੈ। ਮੈਂ ਕਿਹੜਾ ਆਪਣੇ ਮੁੰਡੇ ਨੂੰ ਡਾਕਟਰ ਬਣਾਉਣਾ ਜਾਂ ਕੋਈ ਪੁਲਿਸ ਬਣਾਉਣਾ। ਆਈ ਐਮ ਲਿਵਿੰਗ ਵੈਰੀ ਸੈਟਿਸਫਾਈਡ ਲਾਈਫ। ਆਈ ਐਮ ਬਲੈਸਡ ਦੈਟ ਗੋਡ ਹੈਜ਼ ਗਿਵਨ ਮੀ ਦੀ ਕੰਟੈਂਟਮੈਂਟ, ਕਿ ਮੈਨੂੰ ਰੱਬ ਨੇ ਸਕੂਨ ਦਿੱਤਾ ਜਿਹੜਾ ਲੋਕਾਂ ਕੋਲ ਹੈ ਨਹੀਂ। ਮੈਂ ਚਾਹੁੰਦਾ ਕਿ ਰੱਬ ਸਕੂਨ ਦੇਵੇ ਲੋਕਾਂ ਨੂੰ, ਤਾਂ ਕਿ ਡੈਸਪਰੇਟ ਹੋ ਕੇ ਝੂਠ ਇੱਧਰ ਉੱਧਰ ਬੋਲਦੇ ਨਾ ਫਿਰਨ। ਇਹਨਾਂ ਨੂੰ ਸਕੂਨ ਨਹੀਂ ਹੈ।
ਰਾਤ ਨੂੰ ਇਹ ਬੰਦਾ ਸੋਚਦਾ ਹੈ, ਪਲਾਨ ਕਰਦਾ ਹੈ, ਦਿਮਾਗ ਲੂੰਬੜੀ ਵਾਲਾ ਹੈ, ਸ਼ਾਤਰ ਹੈ, ਆਪਣੀ ਪੁਲਿਸ ਵਾਲਿਆਂ ਨੂੰ ਫਿਰ ਸਟੋਰੀ ਕ੍ਰੀਏਟ ਕਰਦਾ ਹੈ, ਫਿਰ ਕਾਗਜ਼ਾਂ ਵਿੱਚ ਅਮਲੀ ਜਾਮਾ ਪਾਉਂਦਾ ਹੈ, ਫਿਰ ਇਹ ਫਸਾਉਂਦਾ ਹੈ। ਦੱਸੋ ਯਾਰ, ਕੋਈ ਮੁਕਾਬਲਾ ਇਹਨਾਂ ਨਾਲ? ਹੁਣ ਜੇ ਤੁਹਾਡੇ ਕੋਈ ਮੁਖਾਲਫਤ ਹੈ ਜਾਂ ਕੋਈ ਬੋਲਦਾ ਹੈ, ਪੂਰੇ ਸ਼ਹਿਰ ਤੇ ਤੁਸੀਂ ਪਰਚੇ ਕਰਾ ਦਿਓ, ਇਹੀ ਕਰਾਉਂਗੇ? ਹੋਰ ਕੀ ਕਰੋਗੇ ਦੱਸੋ? ਤੁਹਾਨੂੰ ਰੱਬ ਨੇ ਤਾਕਤ ਦਿੱਤੀ ਹੈ, ਤੁਸੀਂ ਭਲਾ ਕਰੋ ਲੋਕਾਂ ਦਾ, ਗਾਹਾਂ ਨੂੰ ਜਿੱਤੋ, ਡਿਵੈਲਪਮੈਂਟ ਕਰੋ, ਸ਼ਹਿਰ ਦੀ ਗੱਲ ਕਰੋ। ਉਹ ਤਾਂ ਕਹਿੰਦੇ ਜੀ ਵੀ ਇਸ ਵਾਰ ਅਗਰ ਇੱਕ ਵਿੱਚ 5 ਪਿੰਡਾਂ ਦੇ ਵਿੱਚੋਂ ਇੱਕ 'ਚੋਂ ਵੀ ਹਾਰ ਗਏ ਤੇ ਉਹ ਸਿਆਸਤ ਤੋਂ ਅਸਤੀਫਾ ਦਵਾਉਣਗੇ। ਉਹ ਤਾਂ ਹੁਣ ਰਿਜ਼ਲਟ ਹੀ ਦੱਸੂਗਾ ਬ੍ਰਦਰ, ਉਹ ਤਾਂ ਰਿਜ਼ਲਟ ਹੀ ਦੱਸੂਗਾ। ਮੈਂ ਉਹਦਾ ਥੋੜਾ ਭਲਾ ਕਰੇ, ਦੂਜਾ ਕਈਆਂ ਦੀ ਮੈਂ ਇੰਟਰਵਿਊ ਸੁਣਦਾ ਰਹਿੰਦਾ, ਉਹ ਵੀ ਚੈਲੰਜ ਕਰਦੇ ਨੇ, ਕਹਿੰਦੇ ਚੌਥੇ ਨੰਬਰ ਤੇ ਆਊਗਾ। ਹੁਣ ਲੋਕ ਦੱਸਣਗੇ ਵੀ ਕੀ ਕਰਨਾ ਹੈ। ਮੈਂ ਕੋਈ ਨਜ਼ੂਮੀ ਨਹੀਂ, ਮੈਂ ਕਹਿ ਨਹੀਂ ਸਕਦਾ, ਮੈਂ ਇਕੱਲੀ ਵੋਟ ਆ, ਸਿੰਗਲ ਵੋਟ ਆ, ਮੈਂ ਕਿਹਦਾ ਟੇਕਾ ਲੈਣਾ। ਪਰ ਸ਼ਹਿਰ ਦਾ ਨੁਕਸਾਨ ਬਹੁਤ ਹੋ ਗਿਆ ਕਾਸ਼ੀ ਸਾਹਿਬ। ਕਿਸ ਤਰੀਕੇ ਨਾਲ ਨੁਕਸਾਨ ਹੋ ਰਿਹਾ? ਨੁਕਸਾਨ ਇਨ ਦਾ ਸੈਂਸ ਕਿ ਡਿਵੈਲਪਮੈਂਟ ਕੋਈ ਨਹੀਂ। ਇਹ ਪੁਲਿਸ ਦੇ ਤਾਰੇ ਲਾ ਕੇ ਜਾਂ ਮਿਨਿਸਟਰੀਆਂ ਲੈ ਕੇ ਸ਼ਹਿਰ ਦੇ ਕਿਸੇ ਬੱਚੇ ਨੂੰ ਰੋਜ਼ਗਾਰ ਦਿੱਤਾ। ਉਹ ਕਹਿੰਦੇ ਸੀ ਕਿ ਡੀਜੀਪੀ ਨਹੀਂ ਬਣ ਸਕੇ, ਇਸ ਕਰਕੇ ਮੈਂ ਆਪਣਾ ਵਾਅਦਾ ਪੂਰਾ ਨਹੀਂ ਕਰ ਸਕਿਆ, ਪਰ ਹੁਣ ਜਿਹੜਾ ਉਹ ਸਕੀਮ ਬਣਾ ਲਈ ਹੈ। ਰਾਹੁਲ ਗਾਂਧੀ ਤੋਂ ਹਰੀ ਝੰਡੀ ਵੀ ਮਿਲ ਗਈ ਹੈ। ਰਾਹੁਲ ਗਾਂਧੀ ਦੀ ਹਰੀ ਝੰਡੀ ਮਿਲ ਗਈ ਭਰਤੀਆਂ ਦੀ ਆਉਣ ਵਾਲੇ ਟਾਈਮ 'ਚ। ਉਹ ਤਾਂ ਕਹਿਣਗੇ ਸਾਡੀ ਰਾਹੁਲ ਗਾਂਧੀ ਦੇ ਉੱਪਰ ਉਦੋਂ ਵੀ ਝੰਡੀ ਮਿਲ ਗਈ, ਕਿਉਂਕਿ ਤੁਸੀਂ ਲੋਕ ਰਾਹੁਲ ਗਾਂਧੀ ਤੱਕ ਪਹੁੰਚ ਹੀ ਨਹੀਂ ਸਕਦੇ। ਤੁਸੀਂ ਇਸ ਬੰਦੇ ਦੀ ਸੋਚ ਨਹੀਂ ਸਮਝਦੇ। ਰਾਹੁਲ ਗਾਂਧੀ ਦੀ ਗੱਲ ਕਰਦਾ ਹੈ, ਕਿਉਂ ਕਰਦਾ ਹੈ? ਕਿਉਂਕਿ ਮਲੇਰਕੋਟਲੇ ਬਾਰੇ ਮੈਂ ਕਹਿੰਦਾ, ਅੱਛਾ ਰਾਹੁਲ ਗਾਂਧੀ ਕਿਸੇ ਮੇਰੀ ਬਾਤ ਹੋਗੀ, ਅੱਛਾ ਉਹ ਰਾਹੁਲ ਗਾਂਧੀ ਤੱਕ ਤੁਸੀਂ ਪਹੁੰਚ ਨਹੀਂ ਸਕਦੇ। ਹੁਣ ਜੋ ਪਹੁੰਚੋਗੇ ਤਾਂ ਤਦ ਦੱਸੂ। ਹੁਣ ਜ਼ਿਲ੍ਹਾ ਬਣਾਇਆ ਕੈਪਟਨ ਸਾਹਿਬ ਨੇ, ਬਣਾਇਆ ਨਹੀਂ ਬਣਾਇਆ? बड़ा कसीदे पढ़े गए, जिला बन गया। कैसे आपकी हम तारीफ़ करें, कैसे ये करें वो करें, लिख के ही दिंदा हुंदा सारा कुछ। वो सारियां पढ़ाइयां लिखाइयां गए, ये भी झगा झुगा वधिया पा के बैठ के ते बड़े कसीदे पढ़े गए कैप्टन साहब दे। हुण कैप्टन साहब दा थैंक्स कीता, सारा कुछ होया। हुण जदों कैप्टन साहब ना बिगड़ गई तो राहुल गांधी इंटरवीन कर लिया, गल च गूठा दे के कराया। भी जे गल च गूठा दे के तुसीं कराउंदे सी, फिर गल च गूठा दे के डीजीपी भी लग जाते। इन्नी सोच होनी चाहिए, नहीं होनी चाहिए? गूठा दे के क्यों नहीं डीजीपी बने जी? कुछ लैन नहीं देनी थोड़ी डीजीपी। यार गल है थोड़ी राहुल गांधी तक पहुँच नहीं है, तुसीं पुछ नहीं सकते हो, जो मर्जी बोली चले। ਤੇ ਫਿਰ ਤੁਸੀਂ ਪਿਛਲੇ ਤੋਂ ਪਿਛਲੇ ਇਲੈਕਸ਼ਨਾਂ ਦੇ ਵਿੱਚ ਮੁਖਾਲਫਤ ਬੜੇ ਡਟ ਕੇ ਕੀਤੀ ਸੀ, ਸਟੇਜਾਂ ਤੁਸੀਂ ਲਗਾਈਆਂ, ਤੁਸੀਂ ਕਹਿ ਰਹੇ ਹੋ। ਫਿਰ ਇਸ ਵਾਰ मैं इस बार न्यूट्रल हाँ यार, मैं सियासत तो ऑफ हाँ। तो मैं की लेना हुण, जे हुण शहर दे विच रियलिटी हुणे रिटायर हो गए ने, तो जी रियलिटी मैनूं पता सी अमूमन लोगों को पता चली गई है। हुण सारे ही अरशद डाली बने फिरदे ने, हुण मैनूं लोड़ नहीं है जी जी, वो सारे रले फिरदे ने। की समझाया सी 2002 च? मैं 2002 च किहा सी भाई इहदे पिछे ना लगो, शहर वास्ते ठीक नहीं है। हुण जो शहर दे विच मैनूं दसो कोई बंदा छड्डिया इस बंदे ने? वो पाल तो लैके बेचारे नरेंद्र पाल तो लैके हुण तक कोई बरादरी छड्डी है। ये पंजाबी ने ब्रदर, ये 200 साल तक इहदियां कईयां होईयां गल्लां नहीं भुल्लणगे। ये मैं तुहानूं अज गल दसदा, ये अमरगढ़ भजूगा क्योंकि सियासत तो बिना रह नहीं सकदा। मैनूं सियासत दा कोई चाव नहीं, मैनूं कोई शौक नहीं, मेरा कोई ख्वाब नहीं। नहीं पर तुसीं तां पहला एमएलए लड़े हो, ये ख्वाब हुण खत्म होए ने, पहला तां सी जदों लड़े हो। ख्वाब थोड़ी सी, मैं तो शहर नूं इहदी सोच तो बचाउणा चाहुंदा सी, मैं डेवलप करना चाहुंदा सी। भी मैं फिर कहना भी मैं चंगी सोच रखदा, मैं एमसी भी रहा। मेरे एमसी दे जिहड़े ग्रुप ने उन्होंने पुछ लो मैं की सोच दा बंदा रहा। मैं चंगे काम दी सोच रखदा यार, मैं होर की कराउणा? मैं जिम्मेवारी लवां, कल्ला बंदा इत्थे बैठा, मैं की करना इत्थे बई किस वास्ते? मैं अपने पुत्तर नूं एमएलए लवाउणा ना, मेरे धी ना पुत्त, मैं कहदे वास्ते लगना भी दसो? मैनूं कोई नहीं, मैं बड़ा सकून चा, पर मैं डेस्परेट होकर भज्या फिर जावां आ जी आ जी आ जी, मैं की कराउणा इस गल तो? नहीं एमएलए बनाना सी सौखा बहुत। पर लेकिन दुख इस चीज़ का कि मेरे शहर ने बड़ा सफ़र किया, इस आवाम ने बड़ा सफ़र किया। ये कोई अखां च अखां पा के गल करने वाला बंदा नहीं, गल है कोई यार? उत्थे पहले जांदे थर कंबल लैंदे, यार गरीब बंदियां नाल तुहाडा की मुकाबला? हुण एक बंदा थानेदार है या गरीब नूं डरा लवे, की करूगा दसो? की करूगा? डर दी सियासत नहीं, डर दी सियासत नहीं, बंदा डराउंदा है, सियासत नहीं है, यही डराउंदा है। होर घर च कौन है यही डराउंदा है? होर दसो किहड़ा लीडर डराउंदा? कोई लीडर डराउंदा है?
ਯਾਰ ਡਰ ਬੰਦਾ ਆਫਟਰ ਆਲ ਇਹ ਜਿਹੜੀ ਮਿੱਟੀ ਹੈ ਇਹ ਹਾਦੇ ਨਾਲੇ ਦੀ ਮਿੱਟੀ ਹੈ। ਇੱਥੇ ਨਵਾਬ ਸ਼ੇਰ ਖਾਂ ਵਰਗੇ ਬੰਦੇ ਪੈਦੇ ਹੋਏ ਨੇ। ਇਹ ਹਾਦੇ ਨਾਲ ਦੀ ਮਿੱਟੀ ਦੇ ਲੋਕ ਅੱਡੇ ਬੁਜ਼ਦਿਲ ਨਹੀਂ ਹਨ। ਕੋਈ ਬੰਦਾ ਨਹੀਂ ਗੈਰਤ ਨਾਲ ਇਸ ਸ਼ਹਿਰ ਦੇ ਨਾਲ ਖੇਲ ਨਹੀਂ ਸਕਦਾ। ਇਸ ਸ਼ਹਿਰ ਦੀ ਗੈਰਤ ਨਾਲ ਕੋਈ ਬੰਦਾ ਬਹੁਤੀ ਦੇਰ ਖੇਲ ਨਹੀਂ ਸਕਦਾ। ਪਰ ਡਾਇਲ ਸਾਹਿਬ ਤੁਸੀਂ ਚੰਡੀਗੜ੍ਹ ਰਹਿ ਕੇ ਵੀ ਬੜੀ ਬਾਖਬਰ ਰਹਿੰਦੇ ਹੋ ਮਲੇਰਕੋਟਲੇ ਤੋਂ। ਹਰੇਕ ਹੀ ਜੋ ਸ਼ਖਸ ਮਲੇਰਕੋਟਲੇ ਦਾ ਜੰਮਪਲ ਹੈਗਾ ਉਹਨੂੰ ਕਿਤੇ ਨਾ ਕਿਤੇ ਇੰਟਰਸਟ ਹੁੰਦਾ। ਤੁਹਾਨੂੰ ਕੀ ਲੱਗਦਾ ਕਿ ਕਿਹੜੇ ਮੁੱਦਿਆਂ ਤੇ ਇਸ ਵੇਲੇ ਜ਼ਰੂਰਤ ਹੈ ਲੋਕਾਂ ਨੂੰ ਜਿਹੜੇ ਸਵਾਲ ਕਰਨ ਦੀ, ਆਪਣੇ ਲੀਡਰਾਂ ਨੂੰ ਸਵਾਲ ਪੁੱਛਣ ਦੀ? ਤੁਹਾਡੇ ਮੁਤਾਬਕ ਕਿਹੜੇ ਮੁੱਦੇ ਨੇ? ਇੱਥੇ ਗਲੀਆਂ ਨਾਲੀਆਂ ਪੁੱਲ ਨੂੰ ਹੀ ਵੱਡੇ ਮੁੱਦੇ ਬਣਾ ਕੇ ਪੇਸ਼ ਕਰੀ ਜਾ ਰਹੇ ਨੇ। ਕਿਉਂ ਵੀ ਗਲੀਆਂ ਨਾਲੀਆਂ ਕਿਉਂ ਨਾ ਸਾਫ਼ ਹੋਣ? ਗਲੀਆਂ ਨਾਲੀਆਂ ਦੇ ਕਰਕੇ ਇੱਥੇ ਪਾਣੀ ਭਰ ਜਾਂਦਾ, ਲੋਕ ਜਾਣ ਕਿੱਥੇ? ਗਲੀਆਂ ਨਾਲੀਆਂ ਬੜੀਆਂ ਅਹਿਮ ਨੇ, ਪਾਰਟ ਆਫ ਯੋਰ ਸਟਰੀਟਸ। ਤੇ ਤੁਸੀਂ ਗਲੀਆਂ ਤੁਹਾਡੀਆਂ ਭਰੀਆਂ ਪਈਆਂ ਹੋਣ ਤੇ ਤੁਸੀਂ ਗਲੀਆਂ ਨਾਲੀਆਂ ਦੀ ਗੱਲ ਨਾ ਕਰੋ ਤੇ ਤੁਰ ਤੁਸੀਂ ਸਕੋ ਨਾ। ਗਲੀਆਂ ਨਾਲੀਆਂ ਇਜ਼ ਆਲਸੋ ਪਾਰਟ ਆਫ ਯੋਰ ਲਿਵਿੰਗ। ਇਹ ਤੁਹਾਡੀ ਜ਼ਿੰਦਗੀ ਦਾ ਹਿੱਸਾ ਹੈ ਗਲੀਆਂ ਨਾਲੀਆਂ। ਤੁਸੀਂ ਕਿਵੇਂ ਸਰਵਾਈਵ ਕਰੋਗੇ? ਤੁਹਾਡੇ ਇੱਕ ਦਿਨ ਫਲਸ਼ ਬੰਦ ਹੋ ਜੇ, ਤੁਸੀਂ ਘਰ ਦੇ ਵਿੱਚ ਹੋ ਜਾਂਦੀ ਨਹੀਂ, ਹਲਚਲ ਪੈ ਜਾਂਦੀ ਨਹੀਂ ਹੁੰਦੀ, ਫਲਸ਼ ਜੇ ਬੰਦ ਹੋ ਜਾਏ। ਕਿਹੜੇ ਹੋਰ ਤੁਹਾਨੂੰ ਲੱਗਦਾ ਕਿ ਕਿਹੜੇ ਮੁੱਦਿਆਂ ਤੇ ਗੱਲਬਾਤ ਹੋਣੀ ਚਾਹੀਦੀ ਹੈ? ਸਵਾਲ ਪੁੱਛੇ ਜਾਣੇ ਚਾਹੀਦੇ ਨੇ, ਸਵਾਲ ਕੀਤੇ ਜਾਣੇ ਚਾਹੀਦੇ ਨੇ ਆਪਣੇ ਲੀਡਰਾਂ ਤੋਂ। ਜੋ ਵੀ ਲੀਡਰ, ਚਾਹੇ ਕੋਈ ਝਾੜੂ ਵਾਲਾ ਹੈ, ਚਾਹੇ ਕੋਈ ਤੱਕੜੀ ਵਾਲਾ ਹੈ, ਚਾਹੇ ਕੋਈ ਪੰਜੇ ਵਾਲਾ ਹੈ, ਤੁਹਾਨੂੰ ਕੀ ਲੱਗਦਾ? ਅੰਦਰ ਖਾਤੇ ਕਿਸੇ ਨੂੰ ਸਪੋਰਟ ਕਰ ਰਹੇ ਹੋ? ਬ੍ਰਦਰ ਮੈਂ ਤਾਂ ਦੁਆ ਕਰਦਾ ਕਿ ਇਸ ਸ਼ਹਿਰ ਦੀ ਬਿਹਤਰੀ ਲਈ ਜਿਹੜਾ ਇਸ ਸ਼ਹਿਰ ਦਾ ਖੈਰ ਖੁਆਰ ਹੈ, ਇਸ ਸ਼ਹਿਰ ਦੇ ਲੋਕ ਜਿਹੜੇ ਸ਼ਰੀਫ ਹੈ ਤੇ ਵਿਚਾਰੇ ਹੈਗੇ ਨੇ ਬੈਠੇ, ਕੋਈ ਵੀ ਉਮੀਦਵਾਰ ਹੈ, ਜਿਹੜੇ ਵੀ ਬੰਦੇ ਨੇ, ਜਿਹੜਾ ਇਹਨੂੰ ਹਰਾਉਂਦਾ ਹੈ ਉਹਨੂੰ ਇੱਕ ਪਾਸੇ ਹੋ ਕੇ ਵੋਟ ਪਾ ਦਿਓ। ਮੈਂ ਅਪੀਲ ਕਰ ਸਕਦਾ। ਉਹਦੇ ਨਾਲ ਕੀ ਹੈ ਕਿ ਸਾਡੇ ਸ਼ਹਿਰ ਦੀ ਡਿਵੈਲਪਮੈਂਟ ਤਾਂ ਹੋ ਜੂ। ਯਾਰ ਫੜਤਾ ਲਓਗੇ ਤੁਸੀਂ ਲੋਕ, ਕਾਸ਼ਿਫ ਬੱਗੇ ਖਾਨ ਨੂੰ ਫੜ ਲਓਗੇ, ਡਾਕਟਰ ਜਮੀਲ ਰਹਿਮਾਨ ਨੂੰ ਫੜ ਲਓਗੇ, ਕਿਸੇ ਨੂੰ ਤਾਂ ਫੜ ਲਓਗੇ, ਜਾਂ ਫਿਰ ਉੱਥੇ ਜੁੱਤੀਆਂ ਮਾਰਨੀਆਂ ਸ਼ੁਰੂ ਤਾਂ ਨਹੀਂ ਕਿਉਂ ਕਰੂਗਾ? ਚਾਰ ਬਰਾਬਰ ਹੀ ਬੋਲਣਗੇ। ਇਹਦੇ ਅੱਗੇ ਕੌਣ ਬੋਲਦਾ? ਇਹਨੇ ਪਹਿਲਾਂ ਹੀ ਐਸਾ ਮਾਹੌਲ ਕ੍ਰੀਏਟ ਕਰਤਾ ਸਾਈਕੋਲੋਜੀਕਲੀ ਬੰਦਿਆਂ ਦੇ ਉੱਪਰ ਕਿ ਬੰਦਾ ਬੋਲੇ ਹੀ ਨਾ। ਜੇ ਇਸ ਬੰਦੇ ਅੰਦਰ ਨਿਮਰਤਾ ਹੁੰਦੀ, ਕੋਈ ਹੁੰਦਾ ਥੋੜਾ ਜਿਹਾ ਡਾਊਨ ਟੂ ਅਰਥ ਰਹਿ ਕੇ ਚੱਲਦਾ, ਤੇ ਕਿਸੇ ਨੇ ਸਮਝਾਇਆ ਨਹੀਂ ਹੈ, ਕਿਸੇ ਨੇ ਇਹਨੇ ਸਿੱਖਿਆ ਨਹੀਂ। ਇਹ ਨਹੀਂ ਆਪਣੀ ਲਾਈਫ ਸਟਾਈਲ ਦੇ ਮੁਤਾਬਕ ਚੱਲ ਰਿਹਾ ਬੰਦਾ, ਮੈਂ ਇਹ ਕਰ ਦੂੰਗਾ, ਉਹ ਕਰ ਦੂੰਗਾ, ਚਾਰੋਂ ਪਾਸੇ, ਉਹਦਾ ਫਿਰ ਰਿਜ਼ਲਟ ਠੀਕ ਨਹੀਂ ਨਿਕਲਦਾ। ਤੁਸੀਂ ਜਿਸ ਵੇਲੇ ਐਮਐਲਏ ਲੜੇ ਹੋ ਆਮ ਆਦਮੀ ਪਾਰਟੀ ਦੇ, ਤੁਹਾਡੇ ਕੀ ख्वाब ਸੀ ਉਸ ਵੇਲੇ ਕਿ ਅਗਰ ਲੋਕ ਇੱਜ਼ਤ ਦਿੰਦੇ ਉਸ ਵੇਲੇ? ਤੁਹਾਡਾ ਕੀ ਵਿਜ਼ਨ ਲੈ ਕੇ ਤੁਸੀਂ ਆਏ ਸੀ? ਚਲੋ ਹੁਣ ਤੇ ਤੁਸੀਂ ਕਹਿ ਰਹੇ ਹੋ ਕਿਸੇ ਧਿਰ ਨਾਲ ਮੇਰਾ ਕੋਈ ਲੈਗਾ ਦੇਗਾ ਨਹੀਂ ਹੈ, ਉਸ ਵੇਲੇ ਤੁਹਾਡਾ ਵਿਜ਼ਨ ਕੀ ਸੀ? ਦੇਖੋ ਜੀ, ਜਿਹੜਾ ਵੀ ਕੋਈ ਚੰਗਾ ਕੰਮ ਕਰਦਾ ਹੈ, ਮੈਂ ਤਾਂ ਚੰਗੇ ਕੰਮ ਕਰਨਾ ਚਾਹੁੰਦਾ ਸੀ ਯਾਰ। ਵੀ ਸ਼ਹਿਰ ਨੂੰ ਜਿਵੇਂ ਮੈਂ ਬਾਹਰ ਦੇਖਿਆ, ਲੰਡਨ ਪੈਰਿਸ ਘੁੰਮਿਆ ਹੋਇਆ, ਵੀ ਯਾਰ ਉਸ ਤਰੀਕੇ ਨਾਲ ਬਣਾਵਾਂਗੇ। ਉਹ ਗਲੀਆਂ 'ਚ ਖੇਡਦੇ ਹੁੰਦੇ ਸੀ, ਕਦੇ ਉਹ ਇੱਥੇ ਤਲਾਅ 'ਤੇ ਨਹਾਉਣ ਲੱਗ ਜਾਂਦੇ ਸੀ, ਕਦੇ ਨਾਲਿਆਂ 'ਚ ਗਿਰ ਜਾਂਦੇ ਸੀ। ਤੇ ਚੰਗਾ ਮਾਹੌਲ ਬਣਾਵਾਂਗੇ, ਚੰਗਾ ਕੁਝ ਦੇਵਾਂਗੇ, ਮੇਰੀ ਤਾਂ ਇਹੀ ਸੋਚ ਸੀ ਵੀ ਚਲੋ ਕਰਾਂਗੇ। ਪਰ ਫਿਰ ਉਹੀ ਗੱਲ ਆ ਗਈ ਜੀ, ਹਮਨੇ ਖੜਾ ਕੀਤਾ, ਝੂਠ ਦਾ ਮੈਂ ਸ਼ਿਕਾਰ ਹੋ ਗਿਆ। ਤਾਂ ਦਿਲ ਟੁੱਟ ਗਿਆ। ਦਿਲ ਕਿਹੜਾ ਟੁੱਟਿਆ? ਕੋਈ ਦਿਲ ਨਹੀਂ ਟੁੱਟਿਆ। ਸਿਆਸਤ ਬਾਤ ਕਰ, ਦਿਲ ਟੁੱਟਣਾ। ਮੈਂ ਜਿਉਂ ਚੰਗਾ ਜ਼ਿੰਦਗੀ ਜੀ ਰਿਹਾ ਯਾਰ, ਸਿਆਸਤ ਕੁਝ ਨਹੀਂ ਹੈ। ਇਹ ਉਹਨਾਂ ਦੇ ਦਿਲ ਟੁੱਟਦੇ ਨੇ ਜਿਹਨਾਂ ਨੇ ਧੰਦਾ ਬਣਾਇਆ। ਉਹ ਰੋਂਦੇ ਜਿਹਨਾਂ ਦਾ ਧੰਦਾ ਹੈ। ਮੇਰਾ ਧੰਦਾ ਨਹੀਂ ਹੈ ਸਿਆਸਤ। ਫਿਰ ਤਾਂ ਦੋਸਤ ਨੇ ਸਿਆਸਤ ਦੇ ਵਿੱਚ, ਸਾਰੇ ਪਾਰਟੀ ਦੇ ਦੋਸਤ ਨੇ। ਮੈਂ ਰਾਣਾ ਸੋਢੀ ਜੀ ਨੂੰ ਰਿਕੁਐਸਟ ਕੀਤੀ ਸੀ, ਉਹ ਛੱਡੋ ਤੁਸੀਂ, ਇੱਕੋ ਹੀ ਜਿਹੜਾ ਹਾ ਦਾ ਨਾਰਾ ਨਾ ਸਾਡਾ, ਉਹਦੀ ਮਿਸਾਲ ਹੈ ਸਾਡੀ ਬੇਗਮ ਸਾਹਿਬਾ ਟੌਂਕ ਵਾਲੇ, ਹੈ ਨਾ। ਤੁਹਾਨੂੰ ਮੈਂ ਕੈਮਰੇ ਵਿੱਚ ਗੱਲ ਦੱਸਣਾ ਚਾਹੁੰਦਾ। ਮੈਨੂੰ ਫਿਕਰ ਪੈ ਗਿਆ ਸੀ ਇਹ ਤੇ ਕਬਜ਼ਾ ਹੋਣ ਦੀ ਸਾਜ਼ਿਸ਼ ਰਚੀ ਜਾ ਰਹੀ ਸੀ, ਤੁਹਾਨੂੰ ਵੀ ਪਤਾ ਹੈ। ਮੈਂ ਰਾਣਾ ਸੋਢੀ ਨੂੰ ਕਿਹਾ, ਮੈਂ ਕਿਹਾ ਰਾਣਾ ਸਾਹਿਬ, ਸਾਡੇ ਸ਼ਹਿਰ ਦੀ ਜਿਹੜੀ ਇੱਕ ਇਮਾਰਤ ਹੈ, ਜਿਹੜਾ ਸਾਡੇ ਮੁਸਲਿਮ ਔਰ ਸਿੱਖ ਭਾਈਚਾਰੇ ਦੀ ਇੱਕ ਮਿਸਾਲ ਖੜੀ ਹੈ, ਇੱਥੇ ਕਬਜ਼ੇ ਹੋ ਜਾਣਗੇ, ਢਹਿ ਢੇਰੀ ਹੋਏਗਾ। ਮੈਂ ਰਾਣਾ ਸੋਢੀ ਜੀ ਨੂੰ ਕਿਹਾ ਵੀ ਤੁਸੀਂ ਮੇਰੇ ਨਾਲ ਚੱਲੋ, ਬੇਗਮ ਸਾਹਿਬ ਦਾ ਹਾਲ ਦੇਖੋ। ਅਸੀਂ ਬੇਗਮ ਸਾਹਿਬ ਕੋਲ ਗਏ, ਉਹਨਾਂ ਨੇ ਉੱਪਰ ਪੈਗਾਮ ਲਗਾਇਆ, ਅਰਜ਼ੀਆਂ ਦਿੱਤੀਆਂ। ਉਹ ਇੱਕ ਮੈਨੇ ਆਵਾਜ਼ ਬੁਲੰਦ ਕੀਤੀ ਸੀ, ਉਸ ਦੇ ਸਦਕੇ, ਉਸ ਗੱਲ ਦੇ ਕਰਕੇ ਇਹ ਅੱਜ ਕਲਚਰ ਡਿਪਾਰਟਮੈਂਟ ਨੇ ਟੇਕ ਓਵਰ ਕੀਤਾ ਹੈ। ਉਹ ਕੱਲਾ। ਪਰ ਬੇਗਮ ਸਾਹਿਬਾ ਵੀ ਅਕਸਰ ਇਹ ਕਹਿੰਦੇ ਨੇ ਕਿ ਉਹਨਾਂ ਨੂੰ ਇਨਸਾਫ ਤਾਂ ਨਹੀਂ ਮਿਲਿਆ। ਰਾਣਾ ਸੋਢੀ ਉਹਨਾਂ ਕੋਲ ਕੈਪਟਨ ਅਮਰਿੰਦਰ ਸਿੰਘ ਨੇ ਮਾਮਲਾ ਦਿੱਤਾ ਸੀ ਉਹਨਾਂ ਦਾ, ਪਰ ਕੋਈ ਇਨਸਾਫ ਨਹੀਂ ਮਿਲਿਆ ਉਹਨਾਂ ਨੂੰ। ਉਹ ਤਾਂ ਹੁਣ ਤੱਕ ਇਹੀ ਗੱਲ ਕਹਿ ਰਹੇ ਨੇ। ਦੇਖੋ, ਉਹਨਾਂ ਦੀ ਮਨਸ਼ਾ ਤਾਂ ਪੋਜ਼ਿਟਿਵ ਸੀ, ਕਾਹਦਾ ਇਨਸਾਫ ਨਹੀਂ ਮਿਲਿਆ? ਉਹਨਾਂ ਨੂੰ ਵਿਚਾਰਿਆਂ ਨੂੰ ਜਿੰਨੇ ਜੋ ਕਰ ਸਕਦੇ ਸੀ, ਸੋਢੀ ਸਾਹਿਬ ਸਾਰੇ ਸੀ ਰਲ ਮਿਲ ਕੇ ਕੀਤਾ। ਸਾਡਾ ਤਾਂ ਫੋਕਸ ਇਹ ਸੀ ਕਿ ਸਾਡਾ ਇਤਿਹਾਸ ਮਲੇਰਕੋਟਲਾ ਔਰ ਜਿਹੜਾ ਮੁਸਲਮਾਨ ਔਰ ਸਿੱਖ ਭਾਈਚਾਰਾ ਕਾਇਮ ਰਹੇ। ਮੇਰੀ ਇਹ ਹੁਣ ਇਹ ਤੇ ਕਬਜ਼ਾ ਤਾਂ ਨਹੀਂ ਹੋਊ, ਹੁਣ ਇਹ ਤੇ ਕਬਜ਼ੇ ਤੇ ਪੈਸੇ ਲੱਗਣਗੇ। ਆਗਾ ਖਾਨ ਟਰਸਟ ਨੂੰ ਦੇ ਦਿੱਤਾ ਜੀ, ਤਾਂ ਇਸ ਕਰਕੇ ਜਿਹੜਾ ਸਾਡਾ ख्वाब ਸੀ ਉਹ ਤਾਂ ਪੂਰਾ ਹੋ ਗਿਆ ਨਾ। ਮੇਰਾ ਮਿਸ਼ਨ ਸੀ ਵੀ ਇਹਨੂੰ ਮੈਂ
ਇੱਕ ਇਮਾਰਤ ਬਣਾਵਾਂ। ਮੇਰੇ ਦੋਸਤ ਰਾਣਾ ਸੋਢੀ ਦੀ ਮਦਦ ਨਾਲ ਇਹ ਹੋਇਆ। ਮੈਂ ਆਈ ਐਮ ਹੈਪੀ। ਮੈਂ ਬੀੜਾ ਚੱਕਿਆ ਸੀ ਜੀ। ਮੈਂ ਤਾਂ ਕਿਹਾ ਤੁਸੀਂ ਬੇਗਮ ਸਾਹਿਬ ਤੁਸੀਂ ਪੁਰਾਣੇ ਜੁੜੇ ਹੋਏ ਹੋ। ਇਹ ਜਿਹੜੀ ਮਲੇਰਕੋਟਲਾ ਰਿਆਸਤ ਹੈ ਤੇ ਪਟਿਆਲੇ ਰਿਆਸਤ ਤੋਂ ਵੀ 200 ਸਾਲ ਪੁਰਾਣੀ। ਮੈਂ ਇਹਨੂੰ ਕਿਵੇਂ ਢਹਿ ਢੇਰੀ ਹੁੰਦੀ ਘਾਟ ਤਾਂ ਬੇਗਮ ਸਾਹਿਬ ਦੀ ਵੀ ਰੜਕਦੀ ਰਹੀ ਜੀ 21 ਜੂਨ ਨੂੰ। ਕਿਸ ਤਰ੍ਹਾਂ ਦੀ? ਬੇਗਮ ਸਾਹਿਬ ਨੂੰ ਵੀ ਬੁਲਾਇਆ ਨਹੀਂ ਗਿਆ ਸੀ ਜਦੋਂ ਜ਼ਿਲ੍ਹੇ ਦਾ ਅਨਾਉਂਸਮੈਂਟ ਕਰਨੀ ਸੀ ਕੈਪਟਨ ਅਮਰਿੰਦਰ ਸਿੰਘ ਨੇ। ਕੈਪਟਨ ਅਮਰਿੰਦਰ ਸਿੰਘ ਕਹਿੰਦੇ ਸੀ ਕਿ ਅਸੀਂ ਪੁਰਾਣੇ ਰਿਸ਼ਤਿਆਂ ਦੇ ਤਾਲੁਕਾਤ ਕਰਕੇ ਜ਼ਿਲ੍ਹਾ ਬਣਾਇਆ। ਹਾਂਜੀ ਹਾਂ, ਬਸ ਉਹਨਾਂ ਦੇ, ਲੇਕਿਨ ਉਸ ਦਿਨ ਉਹ ਵੀ ਨਹੀਂ ਸੀ ਉੱਥੇ। ਉਹ ਤਾਂ ਦੇਖੋ ਕੀ ਰੀਜ਼ਨ ਸੀ, ਜਾਂ ਇਨਵੀਟੇਸ਼ਨ ਨਹੀਂ ਗਿਆ ਕਿ ਕੋਈ ਕੋਵਿਡ ਦੀ ਗੱਲ ਸੀ, ਉਹਦੇ ਉੱਪਰ ਮੈਂ ਕੀ ਕਮੈਂਟ ਕਰਾਂ। ਮੇਰੇ ਕੋਲ ਗਲਤ ਗੱਲ ਕਰਨਾ ਮੈਨੂੰ ਚਾਅ ਨਹੀਂ ਹੈ। ਪਰ ਉਹਨਾਂ ਨੇ ਜ਼ਿਲ੍ਹਾ ਬਣਾਇਆ। ਬੱਗੇ ਖਾਂ ਨੇ ਵੀ ਉਸ ਗੱਲ ਦਾ ਇਸਤਕਬਾਲ ਕੀਤਾ ਕਿ ਬਹੁਤ ਅਸੀਂ ਸ਼ੁਕਰਗੁਜ਼ਾਰ ਹਾਂ ਕੈਪਟਨ ਸਾਹਿਬ ਦੇ ਕਿ ਜਿਹੜਾ ਬਣਾਇਆ। ਕੈਪਟਨ ਸਾਹਿਬ ਜੇ ਫਰਜ਼ਾਨਾ ਆਲਮ ਜੀ ਦੇ ਇੱਥੇ ਆਉਣਗੇ ਤਾਂ ਮੈਂ ਵੀ ਇਸਤਕਬਾਲ ਕਰੂੰਗਾ, ਜਾਊਂਗਾ, ਉਹਨਾਂ ਨੂੰ ਵੈਲਕਮ ਕਰੂੰਗਾ। ਕਿਉਂਕਿ ਰਾਣਾ ਸੋਢੀ ਸਾਹਿਬ ਨਾਲ ਮੇਰੇ ਭਰਾਵਾਂ ਰਿਲੇਸ਼ਨ ਨੇ, ਅੱਗੇ ਉਹਨਾਂ ਨਾਲ ਰਿਲੇਸ਼ਨ ਨੇ, ਉਹਨਾਂ ਕਰਕੇ ਇਹਨਾਂ ਨੂੰ ਅਸੀਂ ਜਾਣਦੇ ਹਾਂ ਤੇ ਵੈਲਕਮ ਕਰਾਂਗੇ ਇਹਨਾਂ ਦਾ। ਜੀ ਜੀ ਜੀ। ਤੇ ਅਖੀਰ ਦੇ ਵਿੱਚ ਕੋਈ ਸੁਨੇਹਾ ਖਾਸ ਜਿਹੜਾ ਤੁਸੀਂ ਚੰਡੀਗੜ੍ਹ ਤੋਂ ਲੈ ਕੇ ਆਏ ਹੋ ਮਲੇਰਕੋਟਲੇ ਵਾਲਿਆਂ ਲਈ? ਜੀ ਮੈਂ ਤਾਂ ਇਹ ਕਹੂੰਗਾ ਜਿਹੜਾ 20 ਸਾਲ ਪਹਿਲਾਂ ਮਲੇਰਕੋਟਲਾ ਸੀ, ਪਹਿਲਾਂ ਤਾਂ ਉਹ ਜਿਹਾ ਬਣ ਜੇ, ਖੂਬਸੂਰਤ ਸੀ, ਭਾਈਚਾਰਾ ਕਾਇਮ ਰਹੇ। ਜਿਹੜੇ ਅੱਜ ਬਾਹਰਲੇ ਲੋਕ ਇੱਥੇ ਆਪਣੀਆਂ ਸ਼ਾਦੀਆਂ ਕਰਦੇ ਵੀ ਡਰਦੇ ਨੇ, ਉਹਨਾਂ ਦੇ ਅੰਦਰੋਂ ਇਹ ਡਰ ਦਾ ਮਾਹੌਲ ਖਤਮ ਹੋਵੇ। ਤੇ ਜਿਹੜੇ ਪਿਛਲੇ 20 ਸਾਲ ਦੇ ਵਿੱਚ ਕੜਤਨਾਈਆਂ ਨੇ, ਉਹ ਮੇਰੇ ਖਿਆਲ ਦੇ ਵਿੱਚ ਇੱਥੇ ਦੇ ਲੋਕ ਇਹਨੂੰ ਯੂਨਾਈਟ ਕਰ ਦੇਣਗੇ ਮੁੜ ਕੇ, ਫਿਰ ਉਹ ਗੁਲਦਸਤਾ ਬਣ ਜੇ ਜਿਹੜਾ ਅਸੀਂ ਬਚਪਨ 'ਚ ਦੇਖਿਆ। ਤੇ ਮੈਂ ਤਾਂ ਇਹੀ ਵਿਸ਼ ਕਰਦਾ ਡਿਵੈਲਪਮੈਂਟ ਹੋਵੇ, ਰੁਜ਼ਗਾਰ ਮਿਲੇ ਯਾਰ। ਹੋਰ ਆਪਾਂ ਕੀ ਚਾਹੁੰਦੇ ਹਾਂ? ਇਹੀ ਚਾਹੁੰਦੇ ਆਪਾਂ ਜੀ ਜੀ। ਇਹੀ ਮੇਰੀ ਜਿਹੜੀ ਹੈ ਦੁਆ ਹੈ ਕਿ ਇਹ ਮੈਂ ਵਿਸ਼ ਕਰਦਾ ਕਿ ਮੁੜ ਕੇ ਉਹੀ ਭਾਈਚਾਰਾ ਕਾਇਮ ਹੋਵੇ ਤੇ ਡਿਵੈਲਪਮੈਂਟ ਹੋਵੇ ਸ਼ਹਿਰ ਦੀ। ਪਹਿਲਾਂ 20 ਸਾਲ ਪਹਿਲਾਂ 25 ਸਾਲ ਪਹਿਲਾਂ ਵਰਗਾ ਬਣੇ, ਫਿਰ ਉਸ ਤੋਂ ਵੱਧ ਖੂਬਸੂਰਤ ਬਣੇ। ਜ਼ਿਲ੍ਹਾ ਬਣ ਗਿਆ, ਬਹੁਤ ਚੰਗੀ ਗੱਲ ਹੋਈ ਹੈ। ਚਲੋ ਕੋਈ ਤਾਂ ਤੁਸੀਂ ਕਹਿ ਰਹੇ ਨੇ, ਕੋਈ ਤਾਂ ਤੁਸੀਂ ਪੋਜ਼ਿਟਿਵ ਗੱਲ ਕੀਤੀ। ਜ਼ਿਲ੍ਹਾ ਬਣਿਆ ਜੀ, ਜ਼ਿਲ੍ਹਾ ਅਸੀਂ ਬੜੇ ਮਸ਼ਕੂਰ ਹਾਂ ਕੈਪਟਨ ਸਾਹਿਬ ਦੇ। ਕੈਪਟਨ ਸਾਹਿਬ ਨੇ ਬਣਾਇਆ, ਉਹਨਾਂ ਦੇ ਜਾਤੀ ਤਾਲੁਕਾਤ ਉਹਨਾਂ ਨੇ ਦੱਸੇ ਸੀਗੇ, ਉਸ ਕਰਕੇ ਬਣਾਇਆ। ਬੜੀ ਵਧੀਆ ਗੱਲ ਹੈ, ਜੋ ਵਧੀਆ ਗੱਲ ਹੈ ਤਾਂ ਵਧੀਆ ਗੱਲ ਹੈ। ਉਹਦਾ ਬੱਗੇ ਖਾਂ ਨੇ ਵੀ ਥੈਂਕਸ ਕੀਤਾ, ਮੇਰੇ ਖਿਆਲ ਸਾਰੀਆਂ ਪਾਰਟੀਆਂ ਦੇ ਨੇ ਹੀ ਥੈਂਕਸ ਕੀਤਾ ਇਸ ਗੱਲ ਦਾ। ਪੰਜਾਬ ਦੀ ਸਮੁੱਚੀ ਲੀਡਰਸ਼ਿਪ ਨੇ ਥੈਂਕਸ ਕੀਤਾ ਤੇ ਪੂਰੇ ਦੁਨੀਆ ਵਿੱਚ ਵਸਦੇ ਸਿੱਖ ਭਾਈਚਾਰੇ ਨੇ ਇਸ ਗੱਲ ਦਾ ਥੈਂਕਸ ਕੀਤਾ ਵੀ ਜੋ ਮਹਿਲ ਦਾ ਉਹਨਾਂ ਨੇ ਕੀਤਾ। ਅਸੀਂ ਖੁਦ ਵੀ ਕਹਿੰਦੇ ਵੀ ਚਲੋ ਐਟਲੀਸਟ ਇੱਥੇ SSP DC ਦਾ ਬੈਠੇ, ਇੱਕ DSP ਲੈਵਲ ਦੇ ਅਫਸਰ ਨੂੰ ਤਾਂ ਇਹ ਕਦੇ ਲਾ ਲੈਂਦੇ ਸੀ ਥੱਲੇ। ਹੁਣ ਸਿੱਧੇ ਕਨੈਕਸ਼ਨ ਬਣ ਗਿਆ ਨਾ ਸਰਕਾਰ ਨਾਲ। ਕੁਝ ਵੀ ਹੁੰਦਾ ਮਲੇਰਕੋਟਲਾ ਜ਼ਿਆਦਾ ਸਿਕਿਉਰ ਰਹੇਗਾ। ਤਾਂ ਇਸ ਕਰਕੇ ਚੰਗਾ ਕੰਮ ਹੋਇਆ ਜਿਹੜਾ ਜ਼ਿਲ੍ਹੇ ਵਾਲਾ ਹੋਇਆ। ਤਾਂ ਬਾਕੀ ਸਾਰਿਆਂ ਨੂੰ ਇਹੀ ਸੁਨੇਹਾ ਦਿੰਦਾ ਕਿ ਭਾਈਚਾਰਾ ਕਾਇਮ ਹੋਵੇ, ਮੁੜ ਕੇ ਐਸੇ ਲੋਕ ਨਾ ਆਉਣ ਜਿਹੜੇ ਭਾਈਚਾਰੇ ਨੂੰ ਖਿਲਾਫ ਕਰਦੇ ਨੇ। ਜੀ ਬਹੁਤ ਬਹੁਤ ਸ਼ੁਕਰੀਆ ਅਰਸ਼ ਸਾਹਿਬ, ਤੁਸੀਂ ਸਮਾਂ ਕੱਢਿਆ ਤੇ ਆਪਣੇ ਦਿਲ ਦੀਆਂ ਜਿਹੜੀਆਂ ਜਜ਼ਬਾਤ ਨੇ ਤੁਸੀਂ ਹਕੀਕਤ ਟੀਵੀ ਜ਼ਰੀਏ ਲੋਕਾਂ ਤੱਕ ਪਹੁੰਚਦੇ ਕੀਤੇ ਨੇ। ਔਰ ਮੈਨੂੰ ਲੱਗਦਾ ਹੈ ਕਿ ਬੜੀ ਬੇਬਾਕੀ ਨਾਲ ਤੁਸੀਂ ਜਿਹੜੇ ਅੱਜ ਜਿਹੜੇ ਸਾਰੇ ਸਵਾਲਾਂ ਦੇ ਔਰ ਸਾਫ਼ ਗੋਈ ਨਾਲ ਜਿਸ ਤਰੀਕੇ ਨਾਲ ਤੁਸੀਂ ਦਿੱਤੇ ਨੇ, ਮੈਨੂੰ ਲੱਗਦਾ ਲੋਕਾਂ ਨੂੰ ਕਾਫੀ ਪਸੰਦ ਆਉਣਗੇ। ਜਿਹੜੇ ਤੁਹਾਡੇ ਖਿਆਲਾਤ ਨੇ, ਚਾਹੇ ਮਲੇਰਕੋਟਲਾ ਬਾਬਤ ਹੋਣ ਜਾਂ ਫਿਰ ਜਿਨ੍ਹਾਂ ਦੀ ਤੁਸੀਂ ਗੱਲ ਕਰਦੇ ਹੋ ਉਹਨਾਂ ਬਾਬਤ ਹੋਣ। ਬਹੁਤ ਬਹੁਤ ਸ਼ੁਕਰੀਆ ਸਾਰੀ ਗੱਲ। ਥੈਂਕ ਯੂ ਜੀ, ਥੈਂਕ ਯੂ ਵੈਰੀ ਮਚ ਜੀ। ਬਹੁਤ ਬਹੁਤ ਸ਼ੁਕਰੀਆ ਤੁਹਾਡਾ ਵੀ। ਲੋਕਾਂ ਦੇ ਖਿਆਲਾਤ ਮੈਂ ਤਾਂ ਇਹੀ ਵਿਸ਼ ਕਰ ਸਕਦਾ, ਪਰ ਉਹਦੇ ਖਿਆਲਾਤ ਵੀ ਨਵੇਂ ਆ ਜਾਣਗੇ। ਰਾਤ ਨੂੰ ਸੋਚੂਗਾ ਵੀ ਕੱਲ ਨੂੰ ਕਿਹੜਾ ਝੂਠ ਛੱਡਣਾ। ਥੈਂਕ ਯੂ ਵੈਰੀ ਮਚ ਜੀ, ਬਹੁਤ ਬਹੁਤ ਸ਼ੁਕਰੀਆ। ਸੋ ਇਹ ਸਨ ਅਰਸ਼ਦ ਅਲੀ ਸਾਹਿਬ, ਜਿਨ੍ਹਾਂ ਨੇ ਬੜੇ ਹੀ ਬੇਬਾਕੀ ਦੇ ਅੰਦਾਜ਼ ਨਾਲ, ਜਿਸ ਅੰਦਾਜ਼ ਲਈ ਉਹ ਜਾਣੇ ਜਾਂਦੇ ਨੇ, ਬਹੁਤ ਅਹਿਮ ਗੱਲਾਂ ਅੱਜ ਸ਼ਹਿਰ ਮਲੇਰਕੋਟਲਾ ਦੇ ਲੋਕਾਂ ਨਾਲ ਕੀਤੀਆਂ ਨੇ। ਔਰ ਉਹਨਾਂ ਦਾ ਕਹਿਣਾ ਹੈ ਕਿ ਇਸ ਸ਼ਹਿਰ ਦੇ ਵਿੱਚ ਜਿਹੜੀ 20 ਸਾਲ ਪੁਰਾਣੀ ਫਿਜ਼ਾ ਸੀ ਉਹ ਉਸ ਦੇ ਹਾਮਿਲ ਨੇ, ਉਸ ਦੇ ਹਾਮੀ ਨੇ। ਔਰ ਇੱਕ ਹੋਰ ਵੱਡੀ ਗੱਲ ਉਹਨਾਂ ਨੇ ਕਹੀ ਹੈ ਕਿ ਜਿਸ ਤਰੀਕੇ ਨਾਲ ਇਸ ਹਲਕੇ ਦੇ ਵਿੱਚ ਸਿਆਸਤ ਹੁੰਦੀ ਹੈ, ਉਹ ਜਿਹੜਾ ਰਾਹ ਹੈਗਾ ਉਹ ਬਖਰੇਵਿਆਂ ਵਾਲਾ ਰਾਹ ਹੈ, ਉਹ ਭਟਕਣ ਵਾਲਾ ਰਾਹ ਹੈ, ਉਹ ਦੋ ਭਾਈਚਾਰਿਆਂ ਨੂੰ ਜਿਹੜਾ ਅਲੱਗ-ਅਲੱਗ ਕਰਨ ਦਾ ਰਾਹ ਹੈ। ਉਸ ਤਰ੍ਹਾਂ ਦੀ ਸਿਆਸਤ ਹੈ ਜਿਹੜੀ ਉਹ ਨਹੀਂ ਹੋਣੀ ਚਾਹੀਦੀ। ਫਿਲਹਾਲ ਇਹ ਗੱਲਬਾਤ ਕਿਵੇਂ ਲੱਗੀ, ਇਸ ਬਾਬਤ ਤੁਸੀਂ ਆਪਣੀ ਰਾਏ ਵੀ ਸਾਨੂੰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦਿਓ। ਫਿਲਹਾਲ ਮੈਨੂੰ ਇਹ ਗੱਲਬਾਤ ਇੱਥੇ ਹੀ ਖਤਮ ਕਰਨ ਦੀ ਦਿਓ ਆਗਿਆ। ਧੰਨਵਾਦ।